ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਅਪ੍ਰੈਲ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਤੁਸੀਂ ਲੈ ਸਕਦੇ ਹੋ। ਇਹਨਾਂ ਨੇ ਜਿਹੜਾ ਜੀ ਕਰੋਨਾ ਵਾਇਰਸ ਦੇ ਕਰਕੇ ਜੇ ਕਿਸੇ ਦੀ ਇੰਸ਼ੋਰੈਂਸ ਚਲੇ ਗਈ ਆ, ਇੰਪਲੋਇਰ ਬੇਸਡ ਇੰਸ਼ੋਰੈਂਸ ਉਹਨਾਂ ਦੀ ਰੱਦ ਹੋ ਗਈ ਆ, ਜਾਂ ਉਹਨਾਂ ਦੀ ਤਨਖਾਹ ਦੇ ਵਿੱਚ ਕਟੌਤੀ ਹੋਈ ਆ ਅਤੇ ਆਪਣੇ ਇੰਸ਼ੋਰੈਂਸ ਦਾ ਪਲਾਨ ਚੇਂਜ ਕਰਨਾ ਚਾਹੁੰਦੇ ਨੇ, ਤਾਂ ਕਵਰਡ ਕੈਲੀਫੋਰਨੀਆ ਦੇ ਤਹਿਤ ਜੂਨ ਦੇ ਮਹੀਨੇ ਤੱਕ ਤੁਸੀਂ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ 12-559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਤੇ ਇਹ ਕਰੋਨਾ ਵਾਇਰਸ ਨੂੰ ਲੈ ਕੇ ਕੀ ਗਤੀਵਿਧੀਆਂ ਰਹੀਆਂ, ਕੀ ਅਪਡੇਟਸ ਰਹੀਆਂ ਸੰਸਾਰ ਭਰ ਤੋਂ ਲੈ ਕੇ ਪੰਜਾਬ ਤੱਕ, ਉਸ ਦੇ ਬਾਰੇ ਜਾਣਕਾਰੀ ਦਿਓ ਜੀ। ਜੀ, ਅੱਜ ਵੀ ਦੇਸ਼ ਦੇ ਵਿੱਚ ਕਰੋਨਾ ਦੀ ਹਨੇਰੀ ਵਗਦੀ ਰਹੀ ਅਤੇ ਇਸ ਹਨੇਰੀ ਦੇ ਵਿੱਚ ਜਿੰਦਾਂ ਜਿਹੜੀਆਂ ਉਹ ਸੁੱਕੇ ਪੱਤਿਆਂ ਦੇ ਵਾਂਗੂ ਉੱਡਦੀਆਂ ਰਹੀਆਂ ਨੇ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵਿੱਚ ਕਰੋਨਾ ਦੀ ਲਪੇਟ 'ਚ ਆਏ 40 ਲੋਕ ਜਾਨ ਤੋਂ ਹੱਥ ਧੋ ਬੈਠੇ। ਕੁੱਲ ਅੰਕੜਾ ਜਿਹੜਾ ਮੌਤਾਂ ਦਾ ਉਹ ਲਗਭਗ 250 ਹੈ ਇੰਡੀਆ 'ਚ, ਔਰ ਇਸ ਵੇਲੇ ਮਰੀਜ਼ਾਂ ਦੀ ਤਾਦਾਦ ਜਿਹੜੀ ਆ ਉਹ ਲਗਭਗ 8000 ਹੈ। ਸਿਹਤ ਮੰਤਰਾਲੇ ਨੇ ਅੱਜ ਆਫੀਸ਼ੀਅਲੀ ਜੋ ਪ੍ਰੈਸ ਕਾਨਫਰੰਸ ਉਹ ਡੇਲੀ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਸਿਹਤ ਮੰਤਰਾਲੇ ਨੇ ਇੱਕ ਹੋਰ ਮਹੱਤਵਪੂਰਨ ਗੱਲ ਆਖੀ। ਉਹਨਾਂ ਨੇ ਕਿਹਾ ਕਿ ਕਰੋਨਾ ਨਾਲ ਜੰਗ ਵਾਸਤੇ ਲਾਕਡਾਊਨ ਜਿਹੜਾ ਬਹੁਤ ਲਾਜ਼ਮੀ ਆ ਅਤੇ ਲਾਜ਼ਮੀ ਹੈ। ਉਹਦਾ ਕਾਰਨ ਇਹ ਆ ਕਿ ਜੇ ਲਾਕਡਾਊਨ ਨਾ ਕੀਤਾ ਹੁੰਦਾ ਤਾਂ ਹੁਣ ਤੀਕਰ 2 ਲੱਖ ਮਾਮਲੇ ਦਰਜ ਹੋ ਚੁੱਕੇ ਹੁੰਦੇ। ਲਾਕਡਾਊਨ ਦੀ ਜੇ ਗੱਲ ਚੱਲੀ ਹੈ ਤਾਂ ਅੱਜ ਪ੍ਰਧਾਨ ਮੰਤਰੀ ਨੇ ਦੇਸ਼ ਦੇ ਤਮਾਮ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸ ਦੇ ਰਾਹੀਂ ਮੀਟਿੰਗ ਕੀਤੀ। ਉਸ ਮੀਟਿੰਗ ਦਾ ਜਿਹੜਾ ਮਜ਼ਮੂਨ ਸੀਗਾ ਇਹੋ ਹੀ ਸੀਗਾ ਕਿ ਲਾਕਡਾਊਨ ਦਾ ਕੀ ਕੀਤਾ ਜਾਵੇ। ਤਾਂ ਇਹਦੇ ਵਿੱਚ ਬਹੁਤੇ ਸੂਬਿਆਂ ਦੇ ਮੁੱਖ ਮੰਤਰੀ ਇਸ ਗੱਲ 'ਤੇ ਇੱਕਮਤ ਨਜ਼ਰ ਆਏ, ਇਸ ਗੱਲ 'ਤੇ ਸਹਿਮਤ ਹੁੰਦੇ ਨਜ਼ਰ ਆਏ ਕਿ ਲਾਕਡਾਊਨ ਜਿਹੜਾ ਉਹ ਐਕਸਟੈਂਡ ਕੀਤਾ ਜਾਣਾ ਚਾਹੀਦਾ ਹੈ। ਤਾਂ ਉਹਨਾਂ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸਨ। ਇਹ ਤੋਂ ਇਲਾਵਾ ਜੇ ਆਪਾਂ ਮਹਾਰਾਸ਼ਟਰ ਦੀ ਗੱਲ ਕਰੀਏ, ਜਿੱਥੋਂ ਬਹੁਤ ਧੜੱਲੇ ਦੇ ਨਾਲ ਨਵੇਂ ਮਰੀਜ਼ ਨਿਕਲ ਰਹੇ, ਤਾਂ ਅੱਜ ਵੀ ਉੱਥੇ ਲਗਭਗ 100 ਨਵੇਂ ਮਾਮਲੇ ਦਰਜ ਕੀਤੇ ਗਏ। ਮਹਾਰਾਸ਼ਟਰ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ, ਹਾਲਾਂਕਿ ਮਹਾਰਾਸ਼ਟਰ ਨੇ ਸ਼ਾਮ ਹੁੰਦਿਆਂ ਆਪਣੇ ਪੱਧਰ 'ਤੇ, ਕਿਉਂਕਿ ਭਾਰਤ ਸਰਕਾਰ ਨੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ, ਤਾਂ ਮਹਾਰਾਸ਼ਟਰ ਨੇ ਆਪਣੇ ਪੱਧਰ 'ਤੇ 30 ਤੱਕ ਇਹ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਜਹਾਨਾਬਾਦ ਯਾਨੀ ਬਿਹਾਰ ਤੋਂ ਇੱਕ ਬਹੁਤ ਹੀ ਦਿਲ ਕੰਬਾਊ ਖਬਰ ਸਾਹਮਣੇ ਆਈ, ਜਿੱਥੇ ਇੱਕ 3 ਸਾਲਾ ਬੱਚੇ ਦੀ ਮੌਤ ਇਸ ਕਰਕੇ ਹੋ ਗਈ ਕਿਉਂਕਿ ਉਹਨੂੰ ਵੇਲੇ ਸਿਰ ਇਲਾਜ ਨਹੀਂ ਮਿਲਿਆ। ਕਿਸੇ ਹਸਪਤਾਲ ਦੇ ਵਿੱਚੋਂ ਐਂਬੂਲੈਂਸ ਮੁਅੱਸਰ ਨਹੀਂ ਹੋਈ। ਇਹ ਤੋਂ ਇਲਾਵਾ ਇਲਾਜ ਨਹੀਂ ਮਿਲਿਆ। ਉਹਦੀ ਮਾਂ ਜਿਹੜੀ ਆ ਮ੍ਰਿਤਕ ਬੱਚੇ ਨੂੰ ਲੈ ਕੇ ਗਲੀਆਂ ਦੇ ਵਿੱਚ ਰੋਂਦੀ ਰਹੀ, ਕਰਲਾਉਂਦੀ ਰਹੀ, ਚੀਕਦੀ ਰਹੀ, ਪੁਕਾਰਦੀ ਰਹੀ। ਤਾਂ ਉਹ ਜਿਹੜਾ ਚੀਕੋ ਪੁਕਾਰ ਸੀ, ਜੋ ਕੁਰਲਾਪ ਸੀ, ਜੋ ਵਿਰਲਾਪ ਸੀ, ਉਹਨੇ ਰੂਹਾਂ ਨੂੰ ਝੰਜੋੜ ਕੇ ਰੱਖ ਦਿੱਤਾ। ਤਾਂ ਇੱਕ ਪਾਸੇ ਦੁਨੀਆ ਮਰ ਰਹੀ ਹੈ, ਦੂਸਰੇ ਪਾਸੇ ਰਾਜਨੀਤੀ ਕੀ ਕਰ ਰਹੀ ਹੈ। ਇਹਦੇ 2 ਉਦਾਹਰਨ ਸਾਹਮਣੇ ਆਏ। ਪਹਿਲਾ ਉਦਾਹਰਨ ਹੈ ਬਿਹਾਰ ਤੋਂ, ਜਿੱਥੇ ਨਿਤਿਸ਼ ਕੁਮਾਰ ਦੀ ਪਾਰਟੀ ਦੇ ਬਹੁਤ ਵੱਡੇ ਯੂਥ ਆਗੂ, ਜਿਹੜੇ ਕਿ ਉਪ ਪ੍ਰਧਾਨ ਦਾ ਅਹੁਦਾ ਵੀ ਰੱਖਦੇ ਸਨ ਆਪਣੇ ਪਾਸ, ਉਹ ਬੋਤਲ ਸਿਰ 'ਤੇ ਰੱਖ ਕੇ ਜਾਮ ਛਲਕਾ ਕੇ ਨਾਗਣ ਡਾਂਸ ਕਰਦੇ ਨਜ਼ਰ ਆਏ। ਤਾਂ ਉਹਨਾਂ ਦੀ ਇਸ ਹਿਮਾਕਤ ਵਾਸਤੇ ਸਜ਼ਾ ਲਾਈ ਗਈ ਆ ਕਿ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਪਰ ਬਹੁਤ ਸ਼ਰਮਨਾਕ, ਮੈਂ ਕਹੂੰਗਾ ਕਿ ਅਤੀ ਸ਼ਰਮਨਾਕ ਹਰਕਤ ਸੀਗੀ। ਕਰਨਾਟਕ 'ਚ ਇੱਧਰ ਤੁਮਕੂਰ ਜ਼ਿਲ੍ਹੇ ਦੇ
ਭਾਜਪਾ ਵਿਧਾਇਕ ਜੈ ਰਾਮ ਨੇ ਵੀ ਸਾਰੀਆਂ ਹੱਦਾਂ ਲੰਘ ਦਿੱਤੀਆਂ। ਜੋ ਸਮਾਜਿਕ ਦੂਰੀ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਹੋਇਆ, ਜਿਹਦਾ ਮੂੰਹ ਤੇ ਅੱਜ ਕੱਲ੍ਹ ਜ਼ਿਕਰ ਹੁੰਦਾ ਹੈ, ਉਹ ਸਮਾਜਿਕ ਦੂਰੀ ਉੱਥੇ ਦੂਰ ਦੂਰ ਤੱਕ ਨਜ਼ਰ ਨਹੀਂ ਆਈ। ਤੇ ਇਸ ਜਨਾਬ ਨੇ ਇੱਕ ਬਹੁਤ ਵੱਡੀ ਜਨਮ ਦਿਨ ਦੀ ਪਾਰਟੀ ਕੀਤੀ, ਜਿਹਦੇ ਵਿੱਚ ਬਿਰਿਆਨੀ ਤੱਕ ਖਵਾਈ ਗਈ। ਸੋ ਪੂਰਾ ਧੂਮ ਧੜੱਕਾ ਜਿਹੜਾ ਉਹ ਇਸ ਵਿਧਾਇਕ ਸਾਹਿਬ ਨੇ ਕੀਤਾ। ਅੱਗੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰੋਨਾ ਪੋਜ਼ਿਟਿਵ ਕੇਸ ਜਿਹੜੇ ਆ ਉਹ 158 ਹੋ ਗਏ ਆ। ਚਿੰਤਾ ਦਾ ਸਬਬ ਹੈ ਤਾਂ ਇੱਧਰ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਆਪਣੀ ਫਜ਼ੀਅਤ ਕਰਵਾਈ। ਫਜ਼ੀਅਤ ਇਉਂ ਕਰਵਾਈ ਕਿ ਕੱਲ੍ਹ ਇਹਨਾਂ ਨੇ ਕਿਹਾ ਸੀਗਾ ਕਿ 11 ਅਪ੍ਰੈਲ ਤੋਂ ਅਗਲੇ ਮਹੀਨੇ ਤੱਕ ਛੁੱਟੀਆਂ ਨੇ। ਫਿਰ ਅੱਜ ਇਹਨਾਂ ਨੇ ਇੱਕ ਦਫਾ ਆਪਣਾ ਫੈਸਲਾ ਬਦਲਦਿਆਂ ਕਹਿ ਦਿੱਤਾ ਕਿ 30 ਜੂਨ ਤੱਕ ਛੁੱਟੀਆਂ ਨੇ। ਫਿਰ ਇੱਕ ਵਾਰੀ ਫੈਸਲਾ ਬਦਲ ਦਿੱਤਾ, ਕਹਿੰਦੇ ਕਿ ਇਹ ਫੈਸਲਾ ਵਾਪਸ ਲਿਆ ਜਾਂਦਾ, ਨਵਾਂ ਫੈਸਲਾ ਆਪਾਂ ਫਿਰ ਕਿਸੇ ਮਸ਼ੀਨ ਤੇ ਤਿਆਰ ਕਰਕੇ ਤੁਹਾਡੇ ਸਨਮੁਖ ਭੇਜਾਂਗੇ। ਤਾਂ ਇੱਧਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੰਗਾਂ ਕੁਛ ਰੱਖੀਆਂ ਨੇ ਕੇਂਦਰ ਸਰਕਾਰ ਦੇ ਪਾਸੋਂ। ਕਹਿੰਦੇ ਕਿ ਟੈਸਟਿੰਗ ਸਹੂਲਤਾਂ ਨੂੰ ਹੋਰ ਵਧਾਇਆ ਜਾਵੇ ਤੇ ਨਾਲ ਕਿਸਾਨਾਂ ਲਈ ਬੋਨਸ ਦੇ ਨਾਲ ਗਰੀਬਾਂ ਦੀ ਸਹਾਇਤਾ ਜਿਹੜੀ ਉਹ ਕੀਤੀ ਜਾਵੇ। ਉਦਯੋਗਿਕ ਕਰਜ਼ਿਆਂ ਤੇ 6 ਮਹੀਨਿਆਂ ਲਈ ਵਸੂਲੀ ਵਿਆਜ ਤੇ ਜੁਰਮਾਨੇ ਮਾਫ ਕੀਤੇ ਜਾਣ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੇ ਜਲਦੀ ਵਿਕਾਸ ਵਾਸਤੇ ਤਕਰੀਬਨ ਸਾਨੂੰ 500 ਕਰੋੜ ਰੁਪਏ ਦੀ ਜ਼ਰੂਰਤ ਆ ਤੇ ਉਹ ਜ਼ਰੂਰ ਦਿਓ। ਪਿੰਡਾਂ ਦੀਆਂ ਪੰਚਾਇਤਾਂ ਤੇ ਨਗਰ ਪਾਲਿਕਾਵਾਂ ਨੂੰ ਐਮਰਜੈਂਸੀ ਰਾਹਤ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸੋ ਇਹ ਜਿਹੜੀਆਂ ਮੰਗਾਂ ਨੇ ਉਹ ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰੱਖੀਆਂ। ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਅੱਜ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ। ਉਹ ਕਹਿੰਦੇ ਆ ਕਿ ਕੌਮ 12 ਅਪ੍ਰੈਲ ਨੂੰ ਸਵੇਰੇ 11 ਵਜੇ ਘਰਾਂ 'ਚ ਮੂਲ ਮੰਤਰ ਦਾ ਜਾਪ ਕਰੇ। ਇੱਧਰ ਰਾਣਾ ਸੋਢੀ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਆ ਕਿ ਦੇਸ਼ ਦੇ ਵਿੱਚ ਫਸੇ ਜਿਹੜੇ NRIs ਨੇ ਉਹਨਾਂ ਨੂੰ ਵਾਪਸ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਸਰਕਾਰ ਇਮਦਾਦ ਕਰੇ। ਸੋ ਇਹ ਮਹੱਤਵਪੂਰਨ ਮੁੱਦਾ ਉਹਨਾਂ ਨੇ ਚੁੱਕਿਆ। ਪਰ ਇਹਨਾਂ ਨੂੰ ਆਪਣੇ ਜਿਹੜੇ ਬੰਦੇ ਫਸੇ ਆ ਬਾਹਰਲੇ ਮੁਲਕਾਂ 'ਚ ਜਾਂ ਹਵਾਈ ਅੱਡਿਆਂ ਤੇ, ਉਹਨਾਂ ਦਾ ਵੀ ਫਿਕਰ ਕਰਨਾ ਚਾਹੀਦਾ। ਜਿਹੜੇ ਟਰੱਕਰ ਸਾਡੇ ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚ ਜਿਨ੍ਹਾਂ ਨੂੰ ਪਾਣੀ ਵੀ ਬੰਦ ਕਰ ਦਿੱਤਾ ਗਿਆ, ਉਹਨਾਂ ਬੰਦਿਆਂ ਦਾ ਵੀ ਫਿਕਰ ਜਿਹੜਾ ਕਰਨਾ ਚਾਹੀਦਾ। ਖੈਰ ਇੱਧਰ ਜਲੰਧਰ 'ਚ ਕਰੋਨਾ ਦੇ 3 ਹੋਰ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਆ। ਅਵਤਾਰ ਸਿੰਘ ਹੈਨਰੀ ਹੋਰੀ ਜਾਂ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਦੱਸਦੇ ਆ ਕਿ ਉਹ ਵੀ ਕੁਆਰੰਟੀਨ 'ਚ ਚੱਲ ਗਏ ਆ। ਕਿਉਂਕਿ ਮਾਮਲਾ ਇਹ ਆ ਕਿ ਬੀਤੇ ਦਿਨੀ ਇੱਕ ਕਾਂਗਰਸੀ ਆਗੂ ਦਾ ਦੇਹਾਂਤ ਹੋਇਆ ਸੀ ਕਰੋਨਾ ਵਾਇਰਸ ਦੇ ਚਲਦਿਆਂ। ਇਸ ਤੋਂ ਇਲਾਵਾ ਜਵਾਰਪੁਰ ਜਿਹੜਾ ਕਿ ਕਰੋਨਾ ਦਾ ਹੱਬ ਬਣ ਚੁੱਕਿਆ, ਡੇਰਾਬੱਸੀ ਦੇ ਲਾਗਲਾ ਪਿੰਡ, ਉਹਦੇ ਵਿੱਚ 2 ਹੋਰ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਤਾਂ ਕੁੱਲ ਮਿਲਾ ਕੇ ਇੱਥੇ ਤਕਰੀਬਨ 3 ਦਰਜਨ ਦੇ ਕਰੀਬ ਮਾਮਲੇ ਜਿਹੜੇ ਹੁਣ ਤੱਕ ਸਾਹਮਣੇ ਆ ਚੁੱਕੇ ਆ। ਪਟਿਆਲਾ 'ਚ ਵੀ ਇੱਕ ਹੋਰ ਕਰੋਨਾ ਵਾਇਰਸ ਦਾ ਪੋਜ਼ਿਟਿਵ ਮਰੀਜ਼ ਪਾਇਆ ਗਿਆ। ਪਠਾਨਕੋਟ 'ਚ ਵੀ ਇੱਕ ਬੰਦੇ ਦੀ ਪੋਜ਼ਿਟਿਵ ਰਿਪੋਰਟ ਆਈ ਆ। ਦੂਜੇ ਪਾਸੇ ਸੁਲਤਾਨਵਿੰਡ ਦੇ ਵਿੱਚ ਕੱਲ ਰਾਸ਼ਨ ਨੂੰ ਲੈ ਕੇ ਜੋ ਝਗੜਾ ਹੋਇਆ ਸੀ, ਉਹਦੇ ਵਿੱਚ ਇੱਕ ਬਜ਼ੁਰਗ ਮਾਤਾ ਦੀ ਡੈਥ ਹੋ ਗਈ ਸੀ। ਪਰ ਉਹਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਐਸਾ ਕੁਝ ਨਹੀਂ ਹੋਇਆ, ਉਸ ਬੀਬੀ ਨੂੰ ਦਿਲ ਦਾ ਦੌਰਾ ਪਿਆ ਸੀ। ਸਾਡੀ ਇਸ ਮੌਤ ਨੂੰ ਸਿਆਸੀ ਖੜਾ ਨਾ ਬਣਾਇਆ ਜਾਵੇ, ਕਿਉਂਕਿ ਉੱਥੇ 2 ਧਿਰਾਂ ਦਾ ਟਕਰਾਅ ਹੋਇਆ ਸੀਗਾ। ਤਾਂ ਇਹ ਜੇ ਗੱਲ ਆ ਤਾਂ ਫਿਰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਵੈਸੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ 70 ਤੇ 72 ਵਾਉਣ ਦਾ ਜ਼ਮਾਨਾ ਆ ਗਿਆ। ਇੱਧਰ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਪੀੜਤ ਮ੍ਰਿਤਕ ਔਰਤ ਦੀਆਂ 3 ਅਧਿਕਾਰੀਆਂ ਨੇ ਭੋਗ ਪਾ ਕੇ ਰਸਮਾਂ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਪਰਿਵਾਰ ਸੀ ਉਹ ਨਹੀਂ ਪਹੁੰਚਿਆ। ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਸ ਯੂਨੀਅਨ ਦੇ ਮੁਲਾਜ਼ਮਾਂ ਨੇ ਰਿਲੀਫ ਫੰਡ 'ਚ 1 ਦਿਨ ਦੀ ਤਨਖਾਹ ਦੇਣ ਦਾ ਐਲਾਨ ਕੀਤਾ। ਅੱਛੀ ਗੱਲ ਆ ਕਿ ਆਉਂਦੇ ਹੁੰਦੇ ਫੋਈ ਕਰਕੇ ਤਲਾਬ ਭਰਿਆ ਜਾਂਦਾ, ਥੋੜਾ ਦਿੱਤਿਆਂ ਹੀ ਜਿਹੜਾ ਉਹ ਬਹੁਤਾ ਬਣ ਜਾਂਦਾ। ਮਨਪ੍ਰੀਤ ਸਿੰਘ ਬਾਦਲ ਦੀ ਗੁੰਮਸ਼ੁਦਗੀ ਦੇ ਪੋਸਟ ਲਾਉਣ ਵਾਲੇ ਫੇਸਬੁੱਕੀ ਕੁਛ ਜਿਹੜੇ ਸੀਗੇ ਲੋਕ, ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ। ਤਾਂ ਇਹ ਜਿਹੜੇ ਪੋਸਟਰ ਲਾਏ ਗਏ ਸੀਗੇ ਉਹ ਮਨਪ੍ਰੀਤ ਬਾਦਲ ਦੀ ਗੁੰਮਸ਼ੁਦਗੀ ਦੇ, ਪਰ ਪਤਾ ਨਹੀਂ ਇਹ ਕਿੱਥੇ ਆਪ ਗੁੰਮ ਸਨ, ਕਿਉਂਕਿ ਮਨਪ੍ਰੀਤ ਬਾਦਲ ਬਾਰੇ ਤੇ ਖਬਰਾਂ ਲੱਗੀਆਂ ਅਖਬਾਰਾਂ 'ਚ ਕਿ ਉਹ ਬਠਿੰਡੇ ਦੇ ਵਿੱਚ ਹਰਲ ਕਰਦੇ ਫਿਰਦੇ। ਇਹਨਾਂ ਨੇ ਕਿਉਂ ਨਹੀਂ ਦੇਖਿਆ? ਔਰ ਇਹ ਫੇਸਬੁੱਕੀਆਂ ਨੇ ਤਮਾਸ਼ਾ ਜਿਹਾ ਜਿਹੜਾ ਬਣਾਇਆ, ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ, ਕਿਉਂਕਿ ਪੁਲਿਸ ਬੋਡੀ ਬਾਜ਼ ਅੱਖ ਰੱਖੀ ਬੈਠੀ ਆ, ਨਾਲ ਦੀ ਨਾਲ ਘੁੱਗੀ ਘੈਂ ਕਰ ਦਿੰਦੇ ਆ। ਸੋ ਇਸ ਤੋਂ ਪਹਿਲਾਂ ਕਿ ਤੁਹਾਡੇ ਤੇ ਕੋਈ ਭੀੜ ਪੈ ਜਾਵੇ, ਚੁੱਪ ਕਰਕੇ ਗੱਲਾਂ ਜਿਹੜੀਆਂ ਸਿਧਾਂਤਕ ਤੌਰ ਤੇ ਠੀਕ ਨੇ, ਜਿਹੜੀਆਂ ਤਥਾਤਮਕ ਤੌਰ ਤੇ ਠੀਕ ਨੇ, ਉਹੀ ਕਿਰਪਾ ਕਰਕੇ ਬੋਲੀਆਂ ਜਾਣ, ਲਿਖੀਆਂ ਜਾਣ। ਡੰਗ ਪੁਲਿਸ ਦਾ ਕਾਫੀ ਤੇਜ਼ ਜੇ। ਇਸ ਤੋਂ ਇਲਾਵਾ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ 'ਚ ਨਸ਼ੇੜੀਆਂ ਦੀ ਭੀੜ ਜਿਹੜੀ ਆ ਉਹ ਲਗਾਤਾਰ ਮਸਲਸਲ ਵੱਧਦੀ ਪਈ ਆ ਔਰ ਮੰਗ ਵੀ ਵੱਧਦੀ ਪਈ ਆ। ਖਾਸ ਤੌਰ ਤੇ ਜਿਹੜੇ ਡੋਡੇ ਭੁੱਕੀ ਖਾਣ ਵਾਲੇ ਆ ਕਿ ਸਾਡਾ ਕੋਈ ਨਾ ਕੋਈ ਇੰਤਜ਼ਾਮ ਕਰਕੇ ਦਿਓ, ਅਸੀਂ ਮਰ ਚੱਲੇ, ਜਾਂ ਤੇ ਖਸਖਸ ਖੇਤੀ ਦੀ ਸਾਨੂੰ ਛੋਟ ਦਿਓ, ਜਾਂ ਕੋਈ ਠੇਕੇ ਠੁਕੇ ਇੱਧਰ ਖੋਲ੍ਹੋ, ਨਹੀਂ ਤਾਂ ਸਾਡਾ ਹਾਲ ਕੋਈ ਨਹੀਂ ਆ। ਤਾਂ ਚਿੱਟੇ ਵਾਲੇ ਜਿਹੜੇ ਆ ਉਹ ਵੀ ਤੰਗ ਆ। ਮਿਲ ਸਭ ਕੁਛ ਰਿਹਾ ਪਰ ਮਹਿੰਗਾ ਹੋ ਗਿਆ।
ਇਹ ਨਹੀਂ ਹੈ ਕਿ ਮਿਲਦਾ ਨਹੀਂ ਪਿਆ। ਜੋ ਲੋਕ ਕਹਿੰਦੇ ਆ ਕਿ ਸਪਲਾਈ ਲਾਈਨ ਟੁੱਟ ਗਈ ਆ, ਉਹ ਸ਼ਾਇਦ ਕਿਸੇ ਗਫਲਤ ਦਾ ਸ਼ਿਕਾਰ ਨੇ। ਇੱਧਰ ਪੰਜਾਬੀ ਸਿੰਗਰ ਕੌਰ ਬੀਰ ਨੂੰ ਆਈਸੋਲੇਟ ਕੀਤਾ ਗਿਆ ਹੈ। ਤਾਂ ਇਹ ਗੱਲ ਜਿਹੜੀ ਆ ਹੁਣ ਉੱਥੋਂ ਦੇ ਇਲਾਕੇ ਦੇ CMO ਨੇ ਕਹੀ ਆ। ਉਹ ਕਹਿੰਦੇ ਆ ਕਿ ਇਸ ਮਾਮਲੇ ਦੀ ਤਾਂ ਅਸੀਂ ਜਾਂਚ ਪੜਤਾਲ ਕਰਾਂਗੇ ਔਰ ਕਿੰਨੇ ਦਿਨ ਰੱਖਣਾ ਇਹਨਾਂ ਨੂੰ ਉਹ ਅਸੀਂ ਤੈਅ ਕਰਾਂਗੇ। ਸੋ ਇਹ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਕਿ ਉਹ 3 ਜ਼ਿਲ੍ਹੇ ਲੰਘ ਕੇ ਮੋਹਾਲੀ ਤੋਂ ਇੱਥੇ ਤੱਕ ਪਹੁੰਚੇ ਕਿਵੇਂ। ਹਾਲਾਂਕਿ ਕੱਲ ਉਹਨਾਂ ਨੇ ਆਪਣੇ ਪੇਜ ਤੋਂ ਖੰਡਨ ਕੀਤਾ ਸੀ, ਪਰ ਅੱਜ ਮੈਡੀਕਲ ਅਫਸਰ ਨੇ ਖੁਦ ਪੁਸ਼ਟੀ ਕੀਤੀ ਇਸ ਮਾਮਲੇ 'ਚ। ਜੀ ਤੇ ਅਗਲੀ ਜਿਹੜੀ ਮਿੰਟੂ ਜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਤੇ ਕਹਿੰਦੇ ਨਿੱਜੀ ਲੈਬਾਂ ਨੇ 4 ਦਿਨਾਂ ਦੇ ਵਿੱਚ ਹੀ ਹੱਥ ਖੜੇ ਕਰਤੇ ਜੀ। ਦੇਖੋ, ਇਹਨਾਂ ਨੇ ਕੁਝ ਨਿੱਜੀ ਲੈਬਾਂ ਨੂੰ ਲਿਸਟਡ ਕੀਤਾ ਸੀਗਾ। ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਜਦੋਂ ਟੈਸਟਿੰਗ ਸ਼ੁਰੂ ਹੋਈ ਇੰਡੀਆ ਦੇ ਵਿੱਚ ਤਾਂ ਉਦੋਂ ਸਮੱਸਿਆ ਇਹ ਸੀਗੀ ਕਿ ਇਹਨਾਂ ਦੇ ਕੋਲ ਜਿਹੜੇ ਸਰਕਾਰੀ ਲੈਬ ਸਨ ਉਹ ਇੰਨੇ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸਨ, ਸਮਰੱਥਾਵਾਨ ਨਹੀਂ ਸਨ ਕਿ ਉਹ ਸਾਰਾ ਬੋਝ ਝੱਲ ਸਕਦੇ। ਤਾਂ ਫਿਰ ਇਹਨਾਂ ਨੇ ਇਹ ਕੀਤਾ ਸੀਗਾ ਕਿ ਪੂਰੇ ਦੇਸ਼ ਭਰ ਦੇ ਵਿੱਚੋਂ ਜਿਨ੍ਹਾਂ ਦੇ ਕੋਲ ਸਾਰੇ ਪ੍ਰਬੰਧ ਸਨ, ਯਾਨੀ ਜੋ ਸਾਰੀਆਂ ਕਸੌਟੀਆਂ ਤੇ ਖਰੇ ਉਤਰਦੇ ਸਨ, ਉਹ ਲੈਬ ਜਿਹੜੇ ਸੀਗੇ ਲਿਸਟਡ ਕੀਤੇ ਸਨ ਤੇ ਉਹਨਾਂ ਵਾਸਤੇ ਫੀਸ ਰੱਖ ਦਿੱਤੀ ਸੀਗੀ 4500 ਰੁਪਈਆ ਕਿ ਇਸ ਤੋਂ ਵੱਧ ਤੁਸੀਂ ਫੀਸ ਨਹੀਂ ਜੇ ਲੈ ਸਕਦੇ। ਤਾਂ ਉਹਦੇ ਤੇ ਵੀ ਚਲੋ ਕਿੰਤੂ ਪਰੰਤੂ ਸੀਗਾ। ਹੁਣ ਜਿਹੜੀਆਂ ਨਿੱਜੀ ਲੈਬਾਂ ਹੱਥ ਖੜੇ ਕਰ ਰਹੀਆਂ ਉਹਦੇ ਪਿੱਛੇ ਇੱਕ ਕਾਰਨ ਆ। ਕਾਰਨ ਕੀ ਆ ਕਿ ਦੇਖੋ, ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਸ ਬਾਬਤ ਇੱਕ ਫੈਸਲਾ ਦਿੱਤਾ ਵਾ। ਫੈਸਲਾ ਕੀ ਦਿੱਤਾ? ਉਹ ਕਹਿੰਦੇ ਕਿ ਮੁਫਤ ਜਾਂਚ ਪੜਤਾਲ ਜਿਹੜੀ ਆ ਹੋਏਗੀ, ਮਤਲਬ ਕਿ ਟੈਸਟਿੰਗ ਜਿਹੜੀ ਆ ਲੈਬਾਂ ਦੇ ਵਿੱਚ ਉਹ ਫ੍ਰੀ ਹੋਣੀ ਆ, ਫ੍ਰੀ ਫੰਡ ਹੋਣੀ ਆ। ਹੁਣ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹ ਹੈ ਤੇ ਠੀਕ ਆ, ਜੇ ਆਪਾਂ ਦੇਖੀਏ ਪਹਿਲੀ ਨਜ਼ਰੇ ਠੀਕ ਆ। ਆਪਾਂ ਵੀ ਮੰਗ ਕਰਦੇ ਸਾਂ ਕਿਉਂਕਿ ਜੇ ਕਿਸੇ 4 ਮੈਂਬਰਾਂ ਦੇ ਟੱਬਰ ਨੇ, ਸਾਰਿਆਂ ਦੇ ਸਾਰੇ ਯਾਨੀ ਜੇ ਮੰਨ ਲਓ ਉਹ 36 ਆ, ਤੇ ਜੇ ਸਾਰੇ ਟੱਬਰ ਨੇ ਉਹ ਟੈਸਟ ਕਰਵਾਉਣਾ ਤੇ ਬਹੁਤ ਮਹਿੰਗਾ ਪੈ ਜਾਊਗਾ। ਇੱਥੇ ਤੇ ਦਾਣੇ ਫੱਕੇ ਜਿਹੜੇ ਤੁਹਾਨੂੰ ਪਤਾ ਮੁੱਕੇ ਪਏ ਆ, ਮੱਟੀਆਂ 'ਚ ਆਟਾ ਨਹੀਂ ਹੈ, ਮੋਬਾਈਲਾਂ 'ਚ ਡਾਟਾ ਨਹੀਂ ਹੈ, ਫਿਕਰਾਂ ਦਾ ਘਾਟਾ ਨਹੀਂ ਹੈ, ਤਾਂ ਬੰਦਾ ਜਾਊ ਕਿੱਥੇ? ਸੋ ਇਸ ਕਰਕੇ ਇੱਕ ਦਿੱਕਤ ਸੀਗੀ ਤਾਂ ਸੁਪਰੀਮ ਕੋਰਟ ਨੇ ਇਹਦਾ ਹੱਲ ਕਰ ਦਿੱਤਾ। ਪਰ ਹੱਲ ਕਰਨ ਦੇ ਨਾਲ ਨਾਲ ਇੱਕ ਸਮੱਸਿਆ ਹੋਰ ਪੈਦਾ ਕਰ ਦਿੱਤੀ। ਉਹ ਸਮੱਸਿਆ ਕੀ ਸੀਗੀ ਕਿ ਸੁਪਰੀਮ ਕੋਰਟ ਦੇ ਆਰਡਰ ਵਿੱਚ ਸਪਸ਼ਟ ਕਿਤੇ ਨਹੀਂ ਇਹ ਕਿਹਾ ਗਿਆ ਕਿ ਇਹਨਾਂ ਨਿੱਜੀ ਲੈਬਾਂ ਨੂੰ ਹੁਣ ਦੇਖੋ ਫ੍ਰੀ ਆਫ ਕਾਸਟ ਤਾਂ ਕੋਈ ਵੀ ਨਹੀਂ ਕਰ ਸਕਦਾ। ਕੋਈ ਵੀ ਨਿੱਜੀ ਅਦਾਰਾ ਹੈ, ਚਾਹੇ ਤੁਸੀਂ ਸਕੂਲਾਂ ਨੂੰ ਲੈ ਲਓ, ਚਾਹੇ ਕੋਈ ਵੀ ਲੈ ਲਓ, ਉਹਨਾਂ ਦੀ ਜੇ ਇਨਕਮ ਹੋਏਗੀ ਤਾਂ ਉਹਨਾਂ ਦਾ ਕੰਮਕਾਰ ਚੱਲਣਾ ਹੈ, ਕਿਉਂਕਿ ਖਰਚਾ ਤਾਂ ਉਹਨਾਂ ਦਾ ਲੱਗਣਾ ਹੀ ਲੱਗਣਾ ਨਾ। ਜੋ ਟੈਸਟਿੰਗ ਪ੍ਰਣਾਲੀ ਆ ਉਹਦੇ ਵਿੱਚ ਜਿਹੜਾ ਖਰਚਾ ਆਉਣਾ ਵਾ ਉਹ ਤੇ ਆਉਣਾ ਹੀ ਆਉਣਾ। ਹੁਣ ਸੁਪਰੀਮ ਕੋਰਟ ਨੇ ਇਹ ਨਹੀਂ ਕਿਹਾ ਕਿ ਇਹਨੂੰ ਭੁਗਤਾਨ ਕੌਣ ਕਰੂਗਾ। ਭਾਈ ਚਲੋ ਨੋ ਪ੍ਰੋਫਿਟ ਨੋ ਲਾਸ ਦੇ ਵਿੱਚ ਆ ਜਾਓ, ਪਰ ਉਹ ਜੋ ਵੀ ਮਟੀਰੀਅਲ ਉੱਥੇ ਲੱਗਣਾ ਵਾ ਉਹ ਕਿੰਨੇ ਦੇਣਾ, ਇਹ ਵੀ ਸਾਰਾ ਕੁਛ ਜਿਹੜਾ ਸਪਸ਼ਟ ਸੀਗਾ। ਤਾਂ ਇਹਨਾਂ ਨੇ 2 ਕੁ ਦਿਨ ਮੰਗ ਕੀਤੀ ਕਿ ਭਾਈ ਸਾਡਾ ਕੋਈ ਹੱਲ ਕਰੋ। ਦੇਖੋ, ਜਾਂ ਤਾਂ ਸਾਨੂੰ ਤੁਸੀਂ ਸਮਾਨ ਵਮਾਨ ਹੈ ਜਿਹੜਾ ਉਹ ਦਿਓ, ਚਲੋ ਠੀਕ ਹੈ, ਅਸੀਂ ਵੀ ਸਮਝਾਂਗੇ ਕਿ ਕੁਛ ਤੁਸੀਂ ਦਿਓਗੇ, ਕੁਛ ਅਸੀਂ ਦਿਆਂਗੇ, ਇਸੇ ਤਰ੍ਹਾਂ ਚੱਲੀ ਚੱਲੂਗਾ। ਚਲੋ ਕੁਛ ਜਿਹੜਾ ਰੁਪਈਆ ਤੇ ਕੋਈ ਆ ਜਾਊਗਾ ਸਾਨੂੰ। ਹੁਣ ਇਹਨਾਂ ਨੇ ਕੋਈ, ਕੇਂਦਰ ਨੇ ਵੀ ਸਾਫ਼ ਨਹੀਂ ਰੁਖ ਆਪਣਾ ਕੀਤਾ, ਸੁਪਰੀਮ ਕੋਰਟ ਦੇ ਵਿੱਚੋਂ ਵੀ ਮਾਮਲਾ ਸਾਫ਼ ਨਹੀਂ ਹੋਇਆ, ਤਾਂ ਲਿਹਾਜ਼ਾ ਇਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਡੇ ਹੱਥ ਖੜੇ ਆ, ਸਾਡੇ ਕੋਲ ਸਾਧਨ ਨਹੀਂ ਹੈਗੇ। ਤਾਂ ਇਹ ਇੱਕ ਨਵੀਂ ਸਮੱਸਿਆ ਹੋਏਗੀ ਭਾਰਤ ਵਾਸਤੇ, ਕਿਉਂਕਿ ਜਿਹੜੀਆਂ ਨਿੱਜੀ ਇਸ ਤਰ੍ਹਾਂ ਦੀਆਂ ਲੈਬ ਸੀਗੀਆਂ ਉਹ ਨਾ ਸਿਰਫ ਟੈਸਟਿੰਗ ਕਰ ਰਹੀਆਂ ਸੀ। ਤੁਸੀਂ ਦੇਖਿਆ ਹੋਣਾ ਜਿਹੜੀ ਟੈਸਟਿੰਗ ਕਿੱਟ ਆਈ ਹੈ ਨਾ ਰਾਜਕਰਮਵੀਰ ਸਿੰਘ ਜੀ ਇੰਡੀਆ ਦੇ ਵਿੱਚ, ਦਰਅਸਲ ਉਹ ਵੀ ਇੱਕ ਨਿੱਜੀ ਲੈਬ ਦੇ ਵਿੱਚ ਕੰਮ ਕਰਨ ਵਾਲੀ ਬੀਬੀ ਹੈ, ਜਿਹੜੀ ਮੀਨਲ ਭੌਂਸਲੇ ਹੈ ਨਾ, ਇੱਕ ਲੈਬ ਦੇ ਵਿੱਚ ਕੰਮ ਕਰਦੀ ਸੀ, ਇੱਕ ਨਿੱਜੀ ਲੈਬ 'ਚ ਕੰਮ ਕਰਦੀ ਸੀਗੀ, ਮਾਈ ਲੈਬ ਸ਼ਾਇਦ ਉਹਦਾ ਨਾਮ ਸੀਗਾ। ਖੈਰ, ਇਹ ਜਿਹੜਾ ਸਾਰਾ ਕੁਛ ਹੋਇਆ ਹੁਣ ਉਹਦੇ ਵਿੱਚ ਕੇਂਦਰ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ, ਕਿਉਂਕਿ ਕਾਫੀ ਜ਼ਿਆਦਾ ਭਾਰ ਵੰਡਾ ਰਹੇ ਸਨ। ਤਾਂ ਸਮੱਸਿਆ ਜਿਹੜੀ ਪੈਦਾ ਹੋਈ ਆ ਇਹ ਇਸੇ ਕਰਕੇ ਪੈਦਾ ਹੋਈ ਆ ਕਿ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤੇ, ਉਹ ਹੁਕਮ ਹੁਣ ਮੰਨਣੇ ਪੈਣਗੇ। ਪਰ ਉਹਨਾਂ ਹੁਕਮਾਂ ਦੇ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਹਾਂ ਭਾਈ ਸਾਨੂੰ ਜਿਹੜੀ ਨਿੱਜੀ ਲੈਬ ਨੂੰ ਇਹ ਭੁਗਤਾਨ ਕਰਨਾ ਪਊਗਾ ਜਾਂ ਸਮਾਨ ਦੇਣਾ ਪਊਗਾ, ਤਾਂ ਉਹ ਕਿੱਥੋਂ ਲਿਆ ਕੇ ਦੇਣਾ ਪਊਗਾ। ਤਾਂ ਇਹ ਸਪਸ਼ਟ ਨਹੀਂ ਕੀਤਾ ਗਿਆ, ਇਹ ਸਪਸ਼ਟ ਨਹੀਂ ਉਹਨਾਂ ਨੂੰ ਆਖਿਆ ਗਿਆ ਕਿ ਹਾਂ ਭਾਈ ਕੇਂਦਰ ਸਰਕਾਰ ਜਿਹੜੀ ਹੈ ਉਹ ਪੈਸਾ ਜਾਰੀ ਕਰੇ ਜਾਂ ਉਹਨਾਂ ਨੂੰ ਕੋਈ ਸਮਾਨ ਮੁਹੱਈਆ ਕਰਵਾਵੇ। ਐਸਾ ਕੋਈ ਹੁਕਮ ਦੇ ਵਿੱਚ ਇਹਨਾਂ ਨੇ ਦਰਜ ਨਹੀਂ ਕੀਤਾ। ਸੋ ਲਿਹਾਜ਼ਾ ਇਹ ਜਿਹੜਾ ਰੌਲਾ ਹੈ ਉਹ ਪਹੁੰਚਦਾ ਇੱਥੋਂ ਤੱਕ ਪਹੁੰਚ ਗਿਆ ਵਾ। ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਜਿਹੜੀ ਗੱਲਬਾਤ ਕਰਦੇ ਹਾਂ ਤੇ ਕਹਿੰਦੇ ਵੀ ਨਹੀਂ ਰੁਕ ਰਹੀ ਮਰੀਜ਼ਾਂ ਦੀ ਆਮਦ ਅਤੇ ਧਾਰਮਿਕ ਪ੍ਰੋਫਾਈਲਿੰਗ। ਹਾਂਜੀ, ਦੋਵੇਂ ਚੀਜ਼ਾਂ ਹੀ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਨਹੀਂ ਰੁਕ ਰਹੀਆਂ। ਹੁਣ ਤੁਸੀਂ ਦੇਖੋਗੇ ਜੇ ਕੱਲ ਦੀ ਗੱਲ ਕਰੀਏ ਤਾਂ 900 ਕੇਸ ਆਇਆ ਨਵਾਂ ਇੰਡੀਆ ਦੇ ਵਿੱਚ,
मतलब कि 1000 वाला अंकड़ा। और तुहानू पता ही है जो 1000 के अंकड़े नूं छो जाता कोई भी मुल्क, उतों फिर पता लग जाता कि परिस्थितियां जिहड़ियां वो किस तरह दीयां ने ते आउण वाला समा जिहड़ा वो डाढा औखा हो सकदा है। ते चलो दुआ ही करते हैं कि संसार दे विच सारे पासे सुख वरते, पर हालात जिहड़े आ संकेत वो थोड़े जे पुठे ही करते पे आ। हुण इन्हां ने जिहड़े मामले दर्ज कीते आ वो हाल दी घड़ी थोड़ी टेस्टिंग दे विच आ। तुसीं आप ही अंदाजा ला लो कि किड्डा वड्डा मुल्क आ, जे व्यापक पद्धर ते टेस्टिंग होगी तो यह अंकड़ा किते दा किते जा सकदा। उधर बंबे दे विचों फिर मामले निकल के आए आ, शायद 219 मामले होर नवे सामने आ गए, तो वो एपीसेंटर ना बने उहदे वास्ते भी जोर लगदा पिया। तो दूजे पासे हो की रहा कि रिलीजियस प्रोफाइलिंग भी हो रही है इस मामले की। हुण कल कैप्टन अमरिंदर सिंह जदों बोल रहे सन, मेरा उत्थे भी इतराज रहा सोशल मीडिया ते कि उन्होंने इस तरह नहीं बोलना चाहिए सीगा, कि उन्होंने बकायदा कोट किया एक फिगर जिहड़ा कि जमातियां नाल जुड़िया सीगा, बकायदा उन्होंने कोट किया कि इन्ने मामले 27 जी इन्हां दे पॉजिटिव मामलिਆਂ विचों। ਤਾਂ ਜਿਹੜੀ ਦੂਜੇ ਪਾਸੇ ਦੇਖੋ ਕਿ ਸਿਹਤ ਮੰਤਰਾਲਾ ਸਾਡਾ ਜਾਂ ਮੀਡੀਆ ਸਾਡਾ ਉਹ ਵੀ ਰਿਲੀਜੀਅਸ ਪ੍ਰੋਫਾਈਲਿੰਗ ਇਸ ਮਾਮਲੇ ਦੀ ਕਰ ਰਿਹਾ ਕਿ ਹਰੇਕ ਖਬਰ ਦੇ ਵਿੱਚ ਜਾਂ ਹਰੇਕ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਮੁਸਲਮਾਨਾਂ ਦੀ ਜਿਹੜੀ ਤਬਲੀਗੀ ਜਮਾਤ ਹੈ, ਤਬਲੀਗੀ ਜਮਾਤ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਫੇਥ ਜਾਂ ਦੀਨ ਦਾ ਪਸਾਰ ਕਰਨ ਵਾਲੀ ਸੁਸਾਇਟੀ ਹੁੰਦੀ ਹੈ, ਕਿ ਉਹ ਨਾਲ ਉਹਨੂੰ ਕੋਟ ਕਰਕੇ ਦੱਸਿਆ ਜਾਂਦਾ ਕਿ ਇੰਨੇ ਮਾਮਲੇ ਇਹਨਾਂ ਦੇ ਆ, जबकि दूसरे मामले च नहीं दस्या जाता कि इन्हां दे इन्ने इन्हां दे। और यही चीज़ जिहड़ी आ WHO दे जिहड़े हैगे मेरे ख्याल दे नाल एमरजेंसी मामलों के जिहड़े डायरैक्टर आ माइक रियान, उन्होंने भी 2-3 दिन पहला क्या एक बकायदा स्टेटमेंट जारी की गई आ। ये बहुत घट आया मीडिया दे विच, तुहानूं पता मीडिया जिहड़ा अजकल होर खुरलियां च मूँह मारी जाता है। बकायदा WHO ने एक स्टेटमेंट दी है, इंडिया वास्ते फटकार पाई है, झाड़ पाई है कि तुसी रिलीजियस प्रोफाइलिंग कर रहे हो इस मामले च। क्योंकि इन्हां दे जिहड़े ज्वाइंट सैकटरी है लव अग्रवाल, वो जदों भी प्रैस कॉन्फ्रेंस करते सन तो बकायदा इन्हां चीज़ां नूं अलग करके वेखदे सन। और उन्होंने तो इत्थों तक कह दिता सीगा कि जिन्ने भी इंडिया च मामले वधिया उदों मेरे ख्याल दे नाल ला लो कि 4000-4500 सन, तो उदों इन्होंने आख्या सीगा कि तीजा हिस्सा तो कल्ला जमातियां दा, तो उस चीज़ का नोटिस लिया गया सीगा WHO वालों कि तुहाडा काम गलत आ। तो हाले भी ये काम जिहड़ा जारी है, साडा खुद दा चीफ मिनिस्टर ये गल कह रहा, जबकि ये रिलीजियस प्रोफाइलिंग बंद होनी चाहिए है। देखो गलती आपां कहने पहले दिन तो आपां आने आ कि उन्होंने गलत किया कि जदों प्रधानमंत्री ने शरेआम ऐलान कर दिता सीगा मार्च के शुरुआत दे विच कि असी होली नहीं मनाउण जा रहे, सानूं पता लग गया सीगा कि अगे की कहानी वरतनी है। फिर अरविंद केजरीवाल ने कह दिता, उदन कहता जिदन इन्हां दा मरकज शुरू होना सीगा 13 नूं, फिर उन्होंने दोबारा एक वार्निंग जारी की, पर नहीं हटे। एक गलती तो प्रबंधकों की है। हुण जिहड़े प्रबंधक होंदे, तुहानूं पता है जिहड़ी वैसे भी जे तुसीं देखोगे ना, ये इस्लामिक मूवमेंट जिहड़ी होई आ 20वीं सदी की सब तो वड्डी मूवमेंट है। और इहदे विच जिहड़े ज़्यादा लोग ने वो गरीब तबके दे आ, पछड़े तबके दे आ, क्योंकि अमीर मुसलमानों वास्ते सुन्नी मुसलमानों वास्ते तो होर बहुत सारिया संस्थावां हैगियां। तबलीग जमात खड़ी इत्थों हुई सीगी। हुण जिहड़े उन्हां दे पैरोकार हैगे उन्हां नूं थोड़ी ना आपां सारिआं नूं दोषी गिण सकदे, क्योंकि उत्ते 50 करोड़ दस्से जांदे, 100 करोड़ दस्से जांदे आ पूरे संसार दे विच। ते जिहड़े उन्हां दे प्रबंधक आपां उन्हां नूं कह सकदे कि तुसीं गलत कीता, और उन्हां नूं एक वारी कहता 10 वारी कहता। हुण देखो आप ते डोवाल ने जाके उत्थे खाली कराया सीगा निजामुद्दीन दी उस इमारत नूं जिੱਥੇ ਰਹਿ ਰਹੇ सन। बाद दे विच कहंदे जी मौलाना मुहम्मद साहब मिलदा नहीं पिया, ते लोग ते भी कहंदे मूंह कि शायद इन्हां दा आपस दे विच कंप्रोमाइज़ होया सीगा, तुसीं खाली करो ते असीं तुहानूं रस्ता दे दिंदे। हुण ओह मौलाना मुहम्मद साहब लभदा नहीं, तुसीं ओहनूं लभ के केस दर्ज करो, जां जिहड़े बंदे दूजे वीजे ते आके टूरिस्ट वीजे ते आके इत्थे धार्मिक प्रचार करदे रहे, तुसीं उन्हां ते कार्रवाई करदे। तुसीं हवाई अड्डियां तो उन्होंने फड़ के क्वारंटीन कर देंगे, क्योंकि उत्थे मलेशिया भी जाके आए सन, पाकिस्तान भी जाके आए सन। सो रिलीजियस प्रोफाइलिंग बंद करके ये देखना चाहिए कि असी एकजुट होकर किस तरह लड़ाई नूं जित सकते हैं। क्योंकि तुसीं वेखिआ ही होएगा कि इस बहाने मीडिया के कुछ महारथी है जिहड़े मुसलमान भाईचारे नूं टारगेट कर रहे सन। तो जदों तुहाडा इस तरह का एक काणा पक्ष बन जाता तो फिर मेरे ख्याल दे नाल कहानी जिहड़ी बिगड़ गई। रिलीजियस प्रोफाइलिंग बंद होनी चाहिए है। और खुद जयप्रकाश नड्डा जिहड़े जगत प्रकाश नड्डा जिहड़े इन्हां दे कौमी प्रधान वो भी कह चुके हैं कि इस मामले दे विच भाई फिरकूपन ना दिखाओ, क्योंकि इन्हां दे अपने IT सैल वगैरह वाले, वैसे IT सैल कोई एक नहीं है इन्हां दा, IT सैल तुहानूं पता 2 ही है, एक IT सैल मीडिया वाला भी है, वो भी इन्हां दा IT सैल ही है।
ਸੋ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਸੀ ਬਹੁਤ ਵੱਡਾ ਬਿਆਨ ਸੀਗਾ ਕਿ ਭਾਈ ਤੁਸੀਂ ਇਹਦੀ ਰਿਲੀਜੀਅਸ ਪ੍ਰੋਫਾਈਲਿੰਗ ਰੋਕ ਦਿਓ, ਔਰ ਇਹਦਾ ਸਿੱਟਾ ਵੀ ਨਿਕਲਿਆ। ਉਹਨੇ ਦੇ ਵਿੱਚ ਇੱਕ ਮੁੰਡੇ ਨੇ ਖੁਦਕੁਸ਼ੀ ਕੀਤੀ ਆ ਤੰਗ ਆ ਕੇ ਤਾਨਿਆਂ ਤੋਂ, ਬਵਾਨਾ ਚ ਕਤਲ ਹੋਇਆ, ਉਹ ਆਪਾਂ ਉਦੋਂ ਖਬਰਾਂ ਚ ਕੀਤਾ ਸੀਗਾ। ਸੋ ਇਹਦਾ ਬਹੁਤ ਗਲਤ ਇੰਪੈਕਟ ਸੁਸਾਇਟੀ ਤੇ ਪੈ ਰਿਹਾ, ਬੰਦ ਹੋਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਖਰਚ ਕਟੌਤੀ ਲਈ ਸਬ ਕਮੇਟੀ ਕਾਇਮ ਕੀਤੀ ਗਈ ਆ। ਦੇਖੋ, ਖਰਚ ਕਟੌਤੀ ਵਾਸਤੇ ਜਿਹੜੀ ਇਹ ਸਬ ਕਮੇਟੀ ਬਣਾਈ ਗਈ ਆ, ਉਹ ਹੁਣ ਇਹੋ ਹੀ ਵੇਖੂਗੀ, ਸੁਝਾਅ ਦੇਊਗੀ ਕਿ ਕਿੱਥੋਂ ਕਿੱਥੋਂ ਭਾਈ ਮਾਲੀਆ ਜਿਹੜਾ ਉਹ ਬਚਾਇਆ ਜਾ ਸਕਦਾ, ਭਾਵੇਂ ਆ ਕਿ ਖਰਚੇ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਆ। ਤਾਂ ਮੈਂ ਕਹਿੰਦਾ ਕਿ ਵਧੀਆ ਕੋਸ਼ਿਸ਼ ਆ, ਅੱਛਾ ਯਤਨ ਆ ਕਿ ਖਰਚਾ ਜਿਹੜਾ ਉਹ ਹੁਣ ਜਿੰਨਾ ਵੀ ਘਟੇ, ਆਮਦਨ ਜਿੰਨੀ ਵੀ ਵਧੇ ਤਾਂ ਵਧੀਆ ਹੋਏਗਾ ਇਕਨੋਮੀ ਦੇ ਹੱਕ 'ਚ। ਔਰ ਮੈਂ ਕਹੂੰਗਾ ਕਿ ਦੇਖੋ, ਪੰਜਾਬ ਤੇ ਰਹਿਮਤਾਂ ਹੀ ਆ, ਇਹ ਪਤਾ ਨਹੀਂ ਕੀ ਬਖਸ਼ਿਸ਼ ਆ ਕਿ ਦੇਖੋ ਇਸ ਵੇਲੇ ਲੋਕਾਂ ਨੂੰ ਰੁਪਈਏ ਦੀ ਪਈ ਹੈ ਤੇ 23,000 ਕਰੋੜ ਰੁਪਈਆ ਫੰਡ 'ਚ ਵੱਜ ਕੇ ਸਾਡੇ ਇੱਥੇ ਆ ਗਿਆ ਆਪੇ ਕੇਂਦਰ ਵੱਲੋਂ। ਦੇਖੋ ਰਹਿਮਤ, ਇਹ ਸਟੇਟ ਜਿਹੜੇ ਆ ਉਹ ਰੁਪਈਏ ਨੂੰ ਤਰਸਦੇ ਪਏ ਤੇ 23,000 ਕਰੋੜ ਰੁਪਈਆ ਆਪ ਚੱਲ ਕੇ ਪੰਜਾਬ ਦੀ ਧਰਤੀ ਤੇ ਪਹੁੰਚਿਆ ਵਾ ਇਹਨਾਂ ਦਿਨਾਂ 'ਚ, ਕਿਉਂਕਿ ਕਣਕ ਸਾਡੀ ਅਸੀਂ ਜਿਹੜੀ ਆ ਉਹ ਵੇਚਣੀ ਆ। ਤਾਂ ਦੇਖੋ ਕਿੰਨੀਆਂ ਰਹਿਮਤਾਂ ਨੇ, ਅਸੀਂ ਐਵੇਂ ਨਿੰਦਦੇ ਰਹਿੰਦੇ ਹਾਂ ਹਮੇਸ਼ਾ, ਇਹ ਬਹੁਤ ਜ਼ਿਆਦਾ ਰਹਿਮਤਾਂ ਨੇ ਸਾਡੇ ਪੰਜਾਬ ਤੇ। ਚਲੋ ਇਸੇ ਤਰ੍ਹਾਂ ਹੀ ਰਹਿਮਤਾਂ ਕਾਇਮ ਰਹਿਣ। ਤੇ ਹੁਣ ਦੇਖੋ ਗਾਂ ਵੀ ਕੰਮ ਕਾਰ ਚਲਾਉਣਾ, ਇੱਕ ਤੇ ਆ ਕਿ GST ਦਾ ਜਿਹੜਾ ਬਕਾਇਆ ਸੀ ਇਹਨਾਂ ਦਾ ਲੇਟ ਮਿਲਿਆ, ਥੋੜਾ ਬਹੁਤਾ ਇਹਨਾਂ ਨੂੰ ਦਿੱਤਾ ਵਾ। ਦੂਜੀ ਸਮੱਸਿਆ ਇਹ ਆ ਕਿ ਹੁਣ ਹਾਲੇ ਇਹ ਨਹੀਂ ਸਪਸ਼ਟ ਕਿ ਕਦੋਂ ਤੱਕ ਜਾਊਗੀ ਇਹ ਗੇਮ, ਕਿਉਂਕਿ ਗੇਮ ਤਾਂ ਲੰਬਾ ਜਾ ਸਕਦਾ ਹੈ, ਤਾਂ ਸਭ ਨੂੰ ਪਤਾ ਹੀ ਆ ਗੇਮ ਥੋੜੀ ਲੰਬੀ ਜਾਏਗੀ। ਪਰ ਉਹਦੇ ਵਿੱਚ ਪੰਜਾਬ ਜਿਹੜਾ ਉਹ ਸਰਵਾਈਵ ਇਸੇ ਕਰਕੇ ਹੀ ਕਰ ਸਕੇਗਾ ਕਿ ਜਿਹੜਾ ਖਰਚਾ ਘਟਾਵੇ, ਥੋੜੀ ਆਮਦਨ ਵਧੇ। ਕਿਉਂਕਿ ਜਦੋਂ ਤੱਕ ਆਰਥਿਕ ਗਤੀਵਿਧੀਆਂ ਰਫਤਾਰ ਨਹੀਂ ਫੜਨਗੀਆਂ, ਹੁਣ ਦੇਖੋ ਇਹਨਾਂ ਦੇ ਕੋਲ ਹਾਲਾਤ ਇਹ ਆ ਕਿ ਫਾਰਮਾ ਇੰਡਸਟਰੀ ਆ ਜਿਹੜੀ ਲੁਧਿਆਣੇ ਦੇ ਵਿੱਚ, ਉਹ ਠੀਕ ਢੰਗ ਨਾਲ ਨਹੀਂ ਚੱਲ ਪਾ ਰਹੀ, ਜਦ ਕਿ ਤੁਹਾਨੂੰ ਪਤਾ ਕਿ ਇਸ ਵੇਲੇ ਦਵਾਈਆਂ ਦੀ ਕਿੰਨੀ ਜ਼ਰੂਰਤ ਆ। ਉਹ ਕਹਿੰਦੇ ਆ ਕਿ ਸਾਨੂੰ ਤੁਸੀਂ ਥੋੜੀ ਖੁੱਲ੍ਹ ਦਿਓ, ਸਾਨੂੰ ਤੁਸੀਂ ਥੋੜਾ ਜਿਹਾ ਰਸਤਾ ਦਿਓ, ਅਸੀਂ ਆਪਣੀ ਜਿਹੜੀ ਇੰਡਸਟਰੀ ਆ ਉਹਨੂੰ ਪੂਰਾ ਪੀਕ ਤੇ ਲੈ ਜਾਵਾਂਗੇ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਵੇਖਣੀਆਂ ਪੈਣਗੀਆਂ। ਹਾਂ, ਤੁਹਾਨੂੰ ਕਰਫਿਊ ਵੀ ਮੇਨਟੇਨ ਰੱਖਣਾ ਪਊਗਾ, ਤੁਹਾਨੂੰ ਸਰੀਰਕ ਦੂਰੀ ਦਾ ਧਿਆਨ ਰੱਖਣਾ ਪਊਗਾ, ਤੁਹਾਡੇ ਕੋਲ ਕੋਈ ਹੋਰ ਚਾਰਾ ਨਹੀਂ। ਖਰਚ ਕਟੌਤੀ 'ਚ ਦੇਖੋ, ਜੇ ਸਭ ਤੋਂ ਵੱਡੀ ਗੱਲ ਕਰਨੀ ਹੈ, ਸ਼ੁਰੂਆਤ ਕਹਿੰਦੇ ਹੁੰਦੇ ਆ ਨਾ, ਚੈਰਿਟੀ ਬਿਗਿਨਸ ਐਟ ਹੋਮ, ਅੰਗਰੇਜ਼ੀ 'ਚ ਹੈ ਇਸ ਤਰ੍ਹਾਂ ਕਹਿੰਦੇ ਆ ਨਾ ਕਿ ਤੁਹਾਨੂੰ ਆਪਣੇ ਘਰੋਂ ਕਰਨੀ ਚਾਹੀਦੀ। ਹੁਣ ਦੇਖੋ ਕਿੱਦਾਂ ਇਹਨਾਂ ਨੇ ਐਲਾਨ ਕੀਤਾ, ਬਹੁਤੇ ਮਤਲਬ ਕਿ ਸਿਆਸਤਦਾਨਾਂ ਨੇ, ਕਿ ਇੰਨੀ ਤਨਖਾਹ ਅਸੀਂ ਦੇ ਦਿਆਂਗੇ, ਇੰਨੀ ਤਨਖਾਹ ਦੇ ਦਿਆਂਗੇ। ਕੀ ਤੁਹਾਨੂੰ ਪਤਾ ਕਿ MLA ਦੀ ਬੇਸਿਕ ਪੇ ਕਿੰਨੀ ਹੈ? ਬੇਸਿਕ ਪੇ ਹੈਗੀ ਹੈ 25,000। 25,000 'ਚ ਜੇ ਉਹ ਕਹਿੰਦੇ ਆ ਕਿ 30% ਕੱਟ ਲਓ ਜੀ, ਜਾਂ ਮਹੀਨੇ ਦੀ ਤਨਖਾਹ ਕੱਟ ਲਓ, ਕੀ ਗਿਆ? ਹੁਣ ਇਹ ਸ਼ਾਇਦ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਊ ਕਿ ਇੱਕ ਵਿਧਾਇਕ ਦਾ 90,000 ਰੁਪਈਆ ਸਾਲ ਦਾ ਇਨਕਮ ਟੈਕਸ ਵੀ ਅਸੀਂ ਭਰਦੇ ਹਾਂ। ਮਤਲਬ ਲੋਕ ਸਰਕਾਰੀ ਖਜ਼ਾਨੇ 'ਚੋਂ ਭਰਦੇ ਆ। ਤਾਂ ਜੇ ਹੁਣ ਸਾਰੇ ਵਿਧਾਇਕਾਂ ਨੂੰ, ਵੈਸੇ ਮੁੱਖ ਮੰਤਰੀ ਨੇ ਕਹਿਤਾ ਸੀਗਾ ਕਿ ਭਾਈ ਵਿਧਾਇਕਾਂ ਤੇ ਡਿਪੈਂਡ ਕਰਦਾ, ਜਿਹਨੇ ਭਰਨਾ ਤਾਂ ਉਹ ਆਪਦੀ ਜੇਬ 'ਚੋਂ ਭਰ ਸਕਦਾ। ਇੱਕ ਕੁਲਜੀਤ ਸਿੰਘ ਨਾਗਰਾ, ਮਾਈ ਦਾ ਲਾਲ ਨਿੱਤਰਿਆ, ਜਿਹਨੇ ਆਪ ਦਾ ਇਨਕਮ ਟੈਕਸ ਆਪ ਭਰਿਆ ਸੀ। ਬਾਕੀ ਸਾਰੇ ਹੀ ਜਿਹਨੇ, ਚਾਹੇ ਉਹ ਕਰੋੜਾਪਤੀ, ਅਰਬਾਪਤੀ ਜੋ ਵੀ ਹੈ, ਉਹ ਸਾਰੇ ਹੀ ਸਰਕਾਰੀ ਖਜ਼ਾਨੇ 'ਚ ਇਨਕਮ ਟੈਕਸ ਭਰਦੇ ਰਹੇ। ਹੁਣ ਘੱਟੋ ਘੱਟ ਇਹ ਹੀ ਕਹਿ ਦੇਣ ਕਿ ਭਾਈ ਅਸੀਂ ਇਨਕਮ ਟੈਕਸ ਆਪਣਾ ਆਪ ਭਰਾਂਗੇ। ਜੇ ਤੁਹਾਡੀ ਇਨਕਮ ਆ, ਪਰਮਾਤਮਾ ਨੇ ਤੁਹਾਨੂੰ ਇੰਨੀ ਇਨਕਮ ਦਿੱਤੀ ਹੈ, ਸਮਰੱਥ ਕੀਤਾ ਕਿ ਤੁਸੀਂ ਟੈਕਸ ਪੇ ਕਰ ਸਕੋ, ਟੈਕਸ ਪੇਅਰ ਬਣ ਸਕੋ, ਤਾਂ ਫਿਰ ਤੁਸੀਂ ਟੈਕਸ ਇਸ ਮੌਕੇ ਨਾ ਭਰੋਗੇ ਤਾਂ ਗਲਤ ਹੈ। ਫਿਰ ਤਾਂ ਰਾਜਨੀਤੀ ਹੈ ਕਿ ਅਸੀਂ ਇੰਨੀ ਤਨਖਾਹ ਦਿੰਦੇ, ਜੇ ਇੰਨੇ % ਤਨਖਾਹ ਦਿੰਦੇ ਹਾਂ। ਤਾਂ ਉਹ ਤਾਂ ਇੱਕ ਤਰ੍ਹਾਂ ਦਾ ਕਹਿ ਲਈਏ, ਠੀਕ ਹੈ, ਦਾਨ ਤੇ ਹੈ, ਪਰ ਕਿਤੇ ਨਾ ਕਿਤੇ ਇੱਕ ਰਾਜਨੀਤੀ ਵੀ ਆ ਕਿ ਜੋ ਤੁਸੀਂ ਛੱਡ ਸਕਦੇ ਹੋ ਉਹ ਨਹੀਂ ਛੱਡ ਰਹੇ। ਤਾਂ ਇਸ ਤਰ੍ਹਾਂ ਦੇ ਖਰਚੇ ਤੁਹਾਨੂੰ ਵੇਖਣੇ ਪੈਣਗੇ। ਫਿਰ VIPs ਦੇ ਨਾਲ ਜਿਹੜੀ ਸਿਕਿਉਰਿਟੀ ਲੱਗੀ ਹੋਈ ਆ, ਵਾਫਰ ਸਿਕਿਉਰਿਟੀ ਲੱਗੀ ਆ, ਉਹਨਾਂ ਨੂੰ ਤੁਸੀਂ ਹਟਾ ਕੇ ਇੱਧਰ ਲਿਓ। ਇਸ ਤਰ੍ਹਾਂ ਦੇ ਯਾਨੀ 2-3 ਨੁਕਤੇ ਤੇ ਮੈਂ ਦੱਸ ਦਿੱਤੇ ਆ, ਹੋਰ ਕਿੰਨੇ ਨੁਕਤੇ ਆ ਕਿ ਇਹ ਖਰਚ ਜਿਹੜੇ ਬਚਾਏ ਜਾਣ। ਹੁਣ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੀ ਜਿਹੜੀ ਇਕਨੋਮੀ ਆ ਉਹ ਡਿਪੈਂਡ ਕਰਦੀ ਆ ਲਿਕਰ ਤੇ, ਸ਼ਰਾਬ ਤੇ। ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ। ਹਾਲਾਂਕਿ ਪੰਜਾਬ ਸਰਕਾਰ ਨੇ ਦਾ ਖੇਡਿਆ ਸੀ, ਇਹਨਾਂ ਨੇ ਸ਼ਰਾਬ ਨੂੰ ਜ਼ਰੂਰੀ ਵਸਤੂਆਂ 'ਚ ਪਾ ਦਿੱਤਾ ਸੀਗਾ ਕਿ ਨਹੀਂ ਭਾਈ ਇਹ ਤੇ ਜ਼ਰੂਰੀ ਵਸਤੂਆਂ, ਦੁੱਧ ਜਿੱਦਾਂ ਦੁੱਧ ਜ਼ਰੂਰੀ ਹੈ ਉਦਾਂ ਸ਼ਰਾਬ ਵੀ ਜ਼ਰੂਰੀ ਹੈ ਸਾਡੀ ਸੋਸਾਇਟੀ ਵਾਸਤੇ। ਪਰ ਆਪੋਜੀਸ਼ਨ ਨੇ ਵਿਰੋਧ ਕੀਤਾ। ਉਹਦਾ ਸਿੱਟਾ ਕੀ ਨਿਕਲ ਰਿਹਾ? ਸਿੱਟਾ ਇਹ ਨਿਕਲ ਰਿਹਾ ਕਿ ਦੇਸੀ ਸ਼ਰਾਬ ਜਾਂ ਠੇਕੇਦਾਰੀ ਵੇਚੀ ਜਾਂਦੇ ਆ, ਮਤਲਬ ਕਿ ਉਹ ਮਹਿੰਗੇ ਰੇਟਾਂ ਤੇ ਉਹਨਾਂ ਨੂੰ ਰਾਸ ਆਇਆ ਪਿਆ ਕੰਮ। ਬਲੈਕ ਦੇ ਵਿੱਚ ਸ਼ਰਾਬ ਬਹੁਤ ਜ਼ਿਆਦਾ ਵਿਕ ਰਹੀ ਆ। ਤਾਂ ਤੁਹਾਨੂੰ ਇੱਧਰ ਵੀ ਧਿਆਨ ਦੇਣਾ ਪਊਗਾ। ਹਾਲਾਂਕਿ ਕੁਛ ਲੋਕ ਮੁਖਾਲਫਤ ਕਰਨਗੇ, ਕੁਛ ਲੋਕ ਵਿਰੋਧਤਾ ਕਰਨਗੇ। ਜਿੱਦਾਂ ਦੁਬਈ ਦੇ ਵਿੱਚ ਕਿ ਉਹਨਾਂ ਨੇ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਆ, ਜਿੱਦਾਂ ਹੋਰ ਰਾਜ ਆ ਜਿਹੜੇ, ਹੋਰ ਸਟੇਟਾਂ ਉਹ ਵੀ ਕਰ ਰਹੇ। ਛੱਤੀਸਗੜ੍ਹ ਕਹਿੰਦਾ ਕਿ ਅਸੀਂ ਖੋਲਾਂਗੇ।
ਕਿਉਂਕਿ ਦਿੱਕਤ ਆ ਰਹੀ ਹੈ, ਸਾਨੂੰ ਪਰੇਸ਼ਾਨੀ ਆ ਰਹੀ ਹੈ। ਸੋ ਸਾਰਾ ਜਿਹੜਾ ਮਾਲੀਆ ਹੁੰਦਾ ਜਿੰਨਾ ਵੀ ਸਟੇਟ ਦਾ, ਉਹ ਬਹੁਤਾ ਜ਼ਿਆਦਾ ਇਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ, ਕਿਉਂਕਿ ਜ਼ਮੀਨਾਂ ਦੀ ਹੁਣ ਰਜਿਸਟਰੀ ਹੋਣੀ ਨਹੀਂ। ਜਦ ਤੁਹਾਡੀ ਰਜਿਸਟਰੀ ਹੁੰਦੀ ਹੈ, ਜਾਂ ਤੁਸੀਂ ਲਿਕਰ ਵੇਚਦੇ ਹੋ, ਜਾਂ ਤੇਲ ਜਿਹੜਾ ਕੋਈ ਆਉਂਦਾ ਤੁਹਾਨੂੰ ਟੈਕਸ ਮਾਲੀਆ ਆਉਂਦਾ ਜਿਹੜਾ, ਉਹ ਇਸ ਤਰ੍ਹਾਂ ਦੀਆਂ ਵੱਡੀਆਂ ਕਮਾਈਆਂ ਹੁੰਦੀਆਂ, ਤਾਂ ਉਹ ਤਾਂ ਕਮਾਈਆਂ ਰੁਕੀਆਂ ਪਈਆਂ। ਤਾਂ ਤੁਹਾਨੂੰ ਇਹ ਵੀ ਸਾਰੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ ਕਿ ਅਸੀਂ ਇੱਕ ਪਾਸੇ ਲੋਕਾਂ ਨੂੰ ਬਚਾਉਣਾ ਵੀ ਹੈ, ਔਰ ਦੂਸਰੇ ਪਾਸੇ ਆਰਥਿਕ ਖੂਹ ਦੇ ਵਿੱਚ ਅਸੀਂ ਜੋ ਡਿੱਗੇ ਪਏ ਆ ਪਹਿਲਾਂ ਹੀ, ਉਸ ਖੂਹ ਚੋਂ ਨਿਕਲਣਾ ਵੀ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਚਲੋ ਆਪਣੇ ਨਾਲੋਂ ਸਿਆਣੇ ਆ, ਪਰ ਖਰਚ ਕਟੌਤੀ ਵਾਲੀ ਜਿਹੜੀ ਸਬ ਕਮੇਟੀ ਹੈ ਵਧੀਆ, ਜੋ ਵਧੀਆ ਢੰਗ ਨਾਲ ਸੋਚੇ ਵਿਚਾਰੇ, ਔਰ ਖਾਸ ਤੌਰ ਤੇ ਸ਼ੁਰੂਆਤ ਜਿਹੜੀ ਉਹ ਆਪਣੇ ਬੰਦਿਆਂ ਤੋਂ, ਆਪਣੇ ਘਰੋਂ ਹੀ ਕਰੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵੇਲੇ ਸਿਰ ਕਿਸੇ ਡਾਕਟਰ ਨੇ ਹੱਥ ਨਹੀਂ ਪਾਇਆ, ਬੱਚੀ ਦੀ ਹੋਈ ਮੌਤ। ਦੇਖੋ ਇਹ ਬੜੀ, ਮੈਂ ਕਹੂੰਗਾ ਕਿ ਸਾਡੇ ਇੱਥੇ ਬਦਕਿਸਮਤੀ ਵਾਲੀ ਗੱਲ ਚੱਲਦੀ ਪਈ ਆ ਕਿ ਕਰੋਨਾ ਤੋਂ ਲੋਕਾਂ ਨੂੰ ਬਚਾਇਆ ਜਾ ਰਿਹਾ, ਔਰ ਜਿਹੜੇ ਬਿਮਾਰ ਨੇ ਜਾਂ ਜਿਹੜੇ ਐਮਰਜੈਂਸੀ ਵਿੱਚ ਮਰੀਜ਼ ਹਸਪਤਾਲਾਂ 'ਚ ਪਹੁੰਚਦੇ, ਉਹਨਾਂ ਦੀ ਕੋਈ ਬਾਹ ਨਹੀਂ ਫੜ ਰਿਹਾ। ਆਪਾਂ ਬਹੁਤ ਮਰਤਬਾ ਇਹ ਗੱਲ ਕੀਤੀ ਹੈ, ਪਰ ਪਤਾ ਨਹੀਂ ਸਾਡਾ ਜਿਹੜਾ ਇੱਥੋਂ ਦਾ ਮੀਡੀਆ ਉਹ ਕਿਉਂ ਇਹਨਾਂ ਮੁੱਦਿਆਂ ਤੇ ਧਿਆਨ ਨਹੀਂ ਦੇ ਰਿਹਾ। ਉਹ ਸਿਰਫ ਸਵੇਰੇ 5 ਵਜੇ ਤੁਸੀਂ ਟੈਲੀਵਿਜ਼ਨ ਦੇ ਅੱਗੇ ਬਹਿ ਜਾਓ, ਰਾਤ ਦੇ 12 ਵਜੇ ਤੱਕ ਬੈਠੇ ਰਹੋ, ਇੱਕੋ ਹੀ ਚੀਜ਼ ਆ, ਇੰਨੇ ਮਰ ਗਏ, ਇੱਥੋਂ ਇੰਨੇ ਆ ਗਏ, ਇੰਨਿਆਂ ਦਾ ਸੇਵਾ ਬਲ ਗਿਆ, ਆਹ ਹੋ ਗਿਆ, ਵਾਹ ਹੋ ਗਿਆ। ਮਤਲਬ ਕਿ ਜਿਹੜੀਆਂ ਲੋਕਾਂ ਦੀਆਂ ਇਸ ਵੇਲੇ ਸਮੱਸਿਆਵਾਂ ਨੇ, ਗਰਾਊਂਡ ਜ਼ੀਰੋ 'ਚ ਜਾ ਕੇ ਤੁਸੀਂ ਵੇਖੋ ਤੇ ਸਹੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਚੁੱਲ੍ਹੇ ਬਲਦੇ ਪਏ ਆ, ਕਿਸ ਤਰ੍ਹਾਂ ਮਿਡਲ ਕਲਾਸ ਇਸ ਵੇਲੇ ਸਟਰਗਲ ਕਰਦਾ ਪਿਆ, ਕਿਸ ਤਰ੍ਹਾਂ ਮਰੀਜ਼ ਜਿਹੜੇ ਉਹ ਤੜਫਦੇ ਪਏ ਆ। ਤੇ ਜੇ ਤੁਸੀਂ ਸਰਕਾਰ ਤੇ ਇੱਕ ਗੱਲ ਹੀ ਨਹੀਂ ਪਹੁੰਚਾਓਗੇ, ਹੁਣ ਸਾਡੀ ਤੇ ਤੁਹਾਨੂੰ ਪਤਾ ਗੱਲ ਬਹੁਤ ਨੇੜੇ ਤੱਕ ਰਹਿ ਜਾਂਦੀ ਹੈ, ਜਿਹਨਾਂ ਦੀ ਦੂਰ ਤੱਕ ਜਾਂਦੀ ਹੈ ਉਹਨਾਂ ਨੂੰ ਇਹ ਸਮੱਸਿਆਵਾਂ ਚੁੱਕਣੀਆਂ ਚਾਹੀਦੀਆਂ। ਇਹ ਮੌਕਾ ਵਾ, ਕਿਉਂਕਿ ਉਹ ਜਿਹੜੀ ਪੱਤਰਕਾਰਤਾ ਹੈ, ਉਹ ਪੱਤਰਕਾਰਤਾ ਸਰਕਾਰ ਵਾਸਤੇ ਪੱਤਰਕਾਰਤਾ ਨਹੀਂ ਹੈ, ਸਮਾਜ ਵਾਸਤੇ ਪੱਤਰਕਾਰਤਾ ਹੈ। ਤਾਂ ਤੁਸੀਂ ਸਮਾਜਿਕ ਸਮੱਸਿਆਵਾਂ ਕਿਉਂ ਨਹੀਂ ਚੁੱਕਦੇ, ਬਹੁਤ ਵੱਡਾ ਸਵਾਲ ਹੈ। ਤਾਂ ਘਟਨਾ ਲੁਧਿਆਣੇ ਦੀ ਆ, ਉੱਥੇ ਕੋਈ ਪ੍ਰਵਾਸੀ ਪਰਿਵਾਰ ਸੀਗਾ, ਬੱਚੀ ਵਿਚਾਰੀ ਕੋਈ ਦੁੱਧ ਲੈ ਕੇ ਤੇ ਉਸ ਤੋਂ ਬਾਅਦ ਉਲਟੀਆਂ ਸ਼ੁਰੂ ਕਰਦੀ ਆ, ਉਹਨੂੰ ਲੈ ਕੇ ਦਰ ਬਦਰ ਭੱਜਦਾ ਵਿਚਾਰਾ ਪਿਤਾ। ਹੁਣ ਕੋਈ ਸਵਾਰੀ ਵੀ ਨਹੀਂ ਮਿਲਦੀ ਇਹੋ ਜਿਹੇ ਮੌਕੇ ਤੇ। ਜ਼ਰੂਰੀ ਨਹੀਂ ਹਰੇਕ ਦੇ ਘਰ ਦੇ ਵਿੱਚ ਕੋਈ ਆਡੀ ਕਾਰ ਖਲੋਤੀ ਹੋਵੇ, ਕਿਸੇ ਦੇ ਘਰ 'ਚ ਸਾਈਕਲ ਵੀ ਨਹੀਂ ਹੁੰਦਾ। ਤੇ ਉਹ ਬੱਚੀ ਨੂੰ ਕੁੱਛੜ ਚੁੱਕ ਕੇ ਕਦੀ ਉਸ ਹਸਪਤਾਲ, ਕਦੇ ਉਸ ਹਸਪਤਾਲ, ਹਰੇਕ ਹਸਪਤਾਲ 'ਚ ਉਹਨੂੰ ਜਵਾਬ ਮਿਲਿਆ। ਅੰਤ ਦੇ ਵਿੱਚ ਉਹ ਬੱਚੀ ਜਿਹੜੀ ਆ ਦਮ ਤੋੜ ਗਈ, ਸਿਰਫ ਤੇ ਸਿਰਫ ਇਲਾਜ ਕੋਲੋਂ। ਔਰ ਇਹ ਕਈ ਮੌਤਾਂ ਹੋਈਆਂ ਜਿਹੜੀਆਂ ਕਿ ਰਿਪੋਰਟ ਨਹੀਂ ਹੋਈਆਂ। ਮੈਨੂੰ ਇੱਕ ਦਿਨ ਇੱਕ ਮੈਸੇਜ ਵੀ ਘੱਲਿਆ ਸੀ ਸੱਜਣ ਨੇ ਕਿ ਉਹਨਾਂ ਦੀ ਤਾਈ ਜੀ ਦੀ ਵੀ ਇਸੇ ਤਰ੍ਹਾਂ ਹੀ ਡੈਥ ਹੋਈ, ਕਿਉਂਕਿ ਵੇਲੇ ਸਿਰ ਹਸਪਤਾਲ ਵਾਲਿਆਂ ਨੇ ਹੱਥ ਹੀ ਨਹੀਂ ਪਾਇਆ। ਜਿੱਦਣ ਇਹ ਲਾਕਡਾਊਨ ਜਾਂ ਕਰਫਿਊ ਚੱਲਿਆ ਆਪਣੇ ਪੰਜਾਬ ਦੇ ਵਿੱਚ, ਉਸ ਤੋਂ 2-4 ਦਿਨ ਬਾਅਦ ਦੀ ਗੱਲ ਆ, ਤੇ ਉਹਨਾਂ ਨੂੰ ਵੀ ਕੋਈ ਸ਼ਾਇਦ ਬ੍ਰੇਨ ਸਟ੍ਰੋਕ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਇਲਾਜ ਹੀ ਨਹੀਂ ਮਿਲਿਆ ਮੌਕੇ ਸਿਰ, ਟੀਕਾ ਤੱਕ ਜਿਹੜਾ 4 ਘੰਟੇ ਨਹੀਂ ਲੱਗਿਆ। ਤਾਂ ਸਮਝੋ ਤੁਸੀਂ ਕਿ ਇੱਕ ਬੰਦੇ ਨੂੰ ਇਸ ਤਰ੍ਹਾਂ ਦਾ ਸਟ੍ਰੋਕ ਹੁੰਦਾ, 4 ਘੰਟੇ 3 ਘੰਟੇ ਉਹਨੂੰ ਟੀਕਾ ਨਾ ਲੱਗੇ ਤਾਂ ਕੀ ਬਣੂਗਾ। ਤਾਂ ਇਹ ਜਿਹੜੀ ਇਸ ਵੇਲੇ ਵਿਪਤਾ ਦੀ ਘੜੀ ਆ, ਉਸ ਵਿਪਤਾ ਦੀ ਘੜੀ 'ਚ ਅਸੀਂ ਇਹੋ ਜਿਹੇ ਗਰੀਬ, ਮਜ਼ਦੂਰ, ਬਿਮਾਰ, ਪੀੜਤ ਲੋਕਾਂ ਨੂੰ ਮਰਨ ਵਾਸਤੇ ਨਹੀਂ ਛੱਡ ਸਕਦੇ। ਜੇ ਤੁਸੀਂ ਇਹਨਾਂ ਲੋਕਾਂ ਨੂੰ ਮਰਨ ਵਾਸਤੇ ਛੱਡ ਦਿੰਦੇ ਹੋ, ਤਾਂ ਫਿਰ ਜਿਹੜੀ ਤੁਸੀਂ ਜਿੰਦਾ ਰੱਖਣ ਦੀ ਲੋਕਾਂ ਦੀ ਲੜਾਈ ਲੜ ਰਹੇ ਹੋ, ਉਹ ਤੁਹਾਡੀ ਲੜਾਈ ਜਿਹੜੀ ਹੈ ਨਾ, ਉਹ ਕਿਤੇ ਨਾ ਕਿਤੇ ਮੈਂ ਸਮਝੂਗਾ ਕਿ ਲੜਾਈ ਤੁਹਾਡੀ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ। ਕਿ ਇੱਕ ਪਾਸੇ ਤੁਸੀਂ ਲੋਕਾਂ ਨੂੰ ਬਚਾਈ ਜਾਓ ਤੇ ਦੂਸਰੇ ਪਾਸੇ ਲੋਕਾਂ ਨੂੰ ਮੌਤ ਦੇ ਹਵਾਲੇ ਕਰੀ ਜਾਓ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਲਾਸ਼ਾਂ ਸਾਂਭਣ ਨੂੰ ਅੱਗੇ ਆਈ ਨੌਜਵਾਨਾਂ ਦੀ ਟੀਮ। ਹਾਂ ਬਿਲਕੁਲ। ਹੁਣ ਦੇਖੋ ਆਹੀ ਚੀਜ਼ ਹੈ ਨਾ ਕਿ ਜਿੱਦਾਂ ਕੋਈ ਸੰਸਕਾਰ ਤੋਂ ਨਾ ਕਰਦਾ, ਕੋਈ ਵਿਰੋਧ ਹੁੰਦਾ, ਕੋਈ ਮੁਖਾਲਫਤ ਹੁੰਦੀ ਆ, ਤਾਂ ਕਿਵੇਂ ਸਾਰੀਆਂ ਖਬਰਾਂ ਲੱਗਦੀਆਂ ਤੜਾ ਤੜ। ਇੱਕ 10 ਬੰਦਿਆਂ ਦੀ ਟੋਲੀ ਵਿਰੋਧ ਕਰ ਦਿੰਦੀ ਆ, ਤਾਂ 100 ਬੰਦਾ ਇਹ ਕਹਿੰਦਾ ਕਿ ਮੇਰੀ ਜ਼ਮੀਨ ਮੇਰੇ ਘਰ ਦੇ ਵਿੱਚ ਆ ਕੇ ਸੰਸਕਾਰ ਕਰ ਦਿਓ ਭਾਈ ਨਿਰਮਲ ਸਿੰਘ ਖਾਲਸਾ ਦਾ। ਇਹ ਗੱਲ ਵੱਡੀ ਹੈ ਕਿ 10 ਬੰਦਿਆਂ ਦੀ ਵੱਡੀ ਗੱਲ ਹੈ, 100 ਬੰਦਾ ਨਹੀਂ। ਮੈਂ ਕਹਿੰਦਾ ਕਿ ਉਸ ਦਿਨ ਹਜ਼ਾਰਾਂ ਬੰਦਿਆਂ ਨੇ ਪੇਸ਼ਕਸ਼ ਕੀਤੀ, ਕਈਆਂ ਨੇ ਆਖਿਆ ਕਿ ਮੇਰਾ ਘਰ ਹੀ ਲੈ ਲਓ, ਮੈਂ ਇੱਥੋਂ ਹੁਣੇ ਸਮਾਨ ਚੁੱਕਦਾ ਕਿ ਤੁਸੀਂ ਇੱਥੇ ਅੰਗੀਠਾ ਬਣਾਓ, ਕੋਈ ਚੱਕਰ ਨਹੀਂ, ਯਾਦਗਾਰ ਵੀ ਬਣਾ ਲਿਓ। ਤਾਂ ਸਾਡੇ ਵਾਸਤੇ ਵੀ ਇੱਕ ਬਹੁਤ ਮਾਣ ਵਾਲੀ ਗੱਲ ਹੈ ਕਿ ਠੀਕ ਆ, ਕੁਛ ਬੰਦੇ ਆਪਣੇ ਫਰਜ਼ਾਂ ਤੋਂ ਭੱਜਦੇ ਪਏ ਆ, ਕੁਛ ਬੰਦੇ ਅਗਿਆਨਤਾ ਬਸ ਇਸ ਤਰ੍ਹਾਂ ਦੀ ਕਹਾਣੀ ਕਰਦੇ ਪਏ ਆ, ਪਰ ਬਹੁਤ ਸਾਰੇ ਲੋਕ ਆ ਜਿਹੜੇ ਸਾਡੇ ਖੁਦ ਅੱਗੇ ਆ ਰਹੇ ਆ ਸੇਵਾ ਵਾਸਤੇ ਜੀ। ਆਪਾਂ ਉਦੋਂ ਵੀ ਗੱਲ ਕੀਤੀ ਸੀ, ਬਜ਼ੁਰਗ NRI ਸੁੱਚਾ ਸਿੰਘ ਕੈਨੇਡਾ, ਉਹ ਕਹਿੰਦੇ ਆ ਕਿ ਖਰਚਾ ਵੀ ਮੈਂ ਕਰੂੰਗਾ, ਸੰਸਕਾਰ ਵੀ ਮੈਂ ਕਰੂੰਗਾ, ਕੋਈ ਚੱਕਰ ਹੀ ਨਹੀਂ ਹੈਗਾ। ਤੇ ਛੋਟੀ ਮੋਟੀ ਗੱਲ ਥੋੜੀ ਨਾ। ਹੁਣ ਕਈ ਪੱਤਰਕਾਰ ਅੱਗੇ ਆਏ ਆ, ਕਈ ਬੁੱਧੀਜੀਵੀ ਅੱਗੇ ਆਏ ਆ, ਕਈ ਸਮਾਜ ਸੇਵੀ ਅੱਗੇ ਆਏ। ਹੁਣ ਇੱਥੇ ਪਟਿਆਲੇ ਤੋਂ ਇਹ ਨੌਜਵਾਨਾਂ ਦੀ ਟੀਮ ਅੱਗੇ ਆਈ ਆ, 5 ਜਾਣੇ ਆ,
ਜਾਂ 4 ਜਣੇ ਸੌਰੀ, ਜਿਹੜੇ ਕਿ ਉਹ ਵਧੀਆ, ਉਹਨਾਂ ਦੇ ਕੋਲ ਸਾਰੇ ਉਹ ਜਿੱਦਾਂ ਸੂਟ ਹੁੰਦਾ ਉਹਨਾਂ ਦਾ ਜਿਹੜਾ ਸਿਕਿਉਰਿਟੀ ਵਾਲਾ, ਸੇਫਟੀ ਵਾਲਾ, ਕੋਈ ਸੂਟ ਪਾ ਕੇ ਜਿੱਦਾਂ ਸੰਸਕਾਰ ਕਰਦੇ, ਬਕਾਇਦਾ ਟ੍ਰੇਨਿੰਗ ਵੀ ਲੈ ਰਹੇ ਆ ਕਿ ਟ੍ਰੇਨ ਸਟਾਫ ਜਿੱਦਾਂ ਉਹ ਕਰ ਸਕਦਾ ਸੰਸਕਾਰ, ਹੋਰ ਦੂਸਰਾ ਨਹੀਂ ਕਰ ਸਕਦਾ, ਤਾਂ ਬਕਾਇਦਾ ਟ੍ਰੇਨਿੰਗ ਵੀ ਲੈ ਰਹੇ ਆ। ਤਾਂ ਨਾਲ ਉਹਨਾਂ ਨੇ ਪਹੁੰਚ ਕੀਤੀ ਹੈ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਕਿ ਭਾਈ ਐਜ਼ ਐਨ ਵਲੰਟੀਅਰ ਸਾਨੂੰ ਸ਼ਾਮਲ ਕੀਤਾ ਜਾਵੇ, ਔਰ ਜਿੱਥੇ ਵੀ ਜ਼ਰੂਰਤ ਪੈਂਦੀ ਆ ਅਸੀਂ ਉੱਥੇ ਜਾ ਕੇ ਸੰਸਕਾਰ ਕਰਾਂਗੇ। ਔਰ ਇਹ ਮੇਰੇ ਖਿਆਲ ਦੇ ਨਾਲ ਬਹੁਤ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੌਜਵਾਨਾਂ ਦੇ ਗਰੁੱਪ ਦੇ ਵਿੱਚ ਇੱਕ ਲੜਕੀ ਵੀ ਹੈ। ਸੋ ਸਾਡੀਆਂ ਲਾਸ਼ਾਂ ਹੀ ਨਹੀਂ ਸੀ ਰੁਲ ਰਹੀਆਂ, ਸਾਡੀ ਤੇ ਵਿਰਾਸਤ ਵੀ ਰੁਲਦੀ ਪਈ ਸੀ ਪੰਜਾਬੀਆਂ ਦੀ, ਕਿ ਕਿਸ ਤਰੀਕੇ ਦੇ ਨਾਲ ਰਿਸ਼ਤੇ ਆ ਜਿਹੜੇ ਫਰਜ਼ਾਂ ਤੋਂ ਭਗੌੜੇ ਹੋਣ ਡਏ ਸਨ। ਤਾਂ ਇਸ ਤਰ੍ਹਾਂ ਦੇ ਬੰਦਿਆਂ ਦਾ ਅੱਗੇ ਆਉਣਾ ਉਹ ਸਾਡਾ ਸਿਰ ਉੱਚਾ ਕਰਦਾ ਕਿ ਠੀਕ ਆ, ਜੇ 2-4 ਇਸ ਵੇਲੇ ਭੱਜ ਰਹੇ ਆ, 2-4 ਇਸ ਵੇਲੇ ਵਿਰੋਧ 'ਚ ਜਾ ਰਹੇ ਆ, ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਾਡੀ ਵਿਰਾਸਤ ਨੂੰ ਸੰਭਾਲਣ ਵਾਸਤੇ ਅੱਗੇ ਵੀ ਆ ਰਹੇ ਆ। ਇਹ ਗੱਲਾਂ ਵੀ ਪ੍ਰਮੋਟ ਕਰਨ ਦੀ ਜ਼ਰੂਰਤ ਆ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ, ਕਹਿੰਦੇ ਸਿਆਸਤਦਾਨ ਘਰਾਂ 'ਚ ਬਹਿ ਕੇ ਕਰਨ ਲੱਗੇ ਖੁਲਾਸੇ। ਹਾਂ ਬਿਲਕੁਲ, ਹੁਣ ਉਹ ਆਪਣੇ ਆਪ ਨੂੰ ਕੁਆਰੰਟੀਨ ਕਰਕੇ ਬੈਠੇ ਆ, ਪਰ ਸਿਆਸਤ ਤੋਂ ਥੋੜੀ ਨਾ ਰਿਹਾ ਜਾਂਦਾ, ਸਿਆਸਤ ਤੇ ਕਰੂਗੇ। ਤਾਂ ਘਟਨਾ ਹੈਗੀ ਆ ਬਠਿੰਡਾ ਦੀ, ਬਹੁਤ ਮਸ਼ਹੂਰ ਪੋਲੀਟੀਸ਼ੀਅਨ ਨੇ ਸਰੂਪ ਸਿੰਗਲਾ ਜੀ, ਤੇ ਉਹਨਾਂ ਨੇ ਕੱਲ ਆਪਣੇ ਘਰ 'ਚ ਹੀ ਪ੍ਰੈਸ ਕਾਨਫਰੰਸ ਕੀਤੀ ਤੇ ਪੱਤਰਕਾਰਾਂ ਦਾ ਗਿਲਾ ਰਿਹਾ ਕਿ ਕਹਿੰਦੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਹੀ ਸੱਦ ਸਾਨੂੰ ਤੇ ਸੱਦਿਆ ਹੀ ਨਹੀਂ ਹੈ। ਤੇ ਚਲੋ ਸੱਦ ਲੈ, ਤਾਂ ਉਸ ਮੌਕੇ ਤੇ ਉਹਨਾਂ ਨੇ ਇੱਕ ਖੁਲਾਸਾ ਵੀ ਕੀਤਾ ਵਾ। ਇੱਕ ਤੇ ਇਹ ਕਿਹਾ ਕਿ ਰਾਸ਼ਨ ਪਾਣੀ ਹੈ ਜਿਹੜਾ ਨਹੀਂ ਪਹੁੰਚ ਰਿਹਾ, ਵੇਲੇ ਸਿਰ ਫੰਡ ਇਕੱਠੇ ਕੀਤੇ ਜਾ ਰਹੇ। ਦੂਜਾ ਇਹ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੈ ਜਿਹੜਾ ਟੋਲੀਆਂ ਬਣਾ ਕੇ ਹਰਲ ਕਰਦਾ ਫਿਰਦਾ। ਤੀਜੀ ਗੱਲ, ਉਹਨਾਂ ਨੇ ਇੱਕ ਕਾਂਗਰਸੀ ਆਗੂ ਦੀ ਆਡੀਓ ਸੁਣਾਈ ਜਿਹਦੇ ਵਿੱਚ ਸਾਫ਼ ਤੌਰ ਤੇ ਮਤਲਬ ਕਿ ਇਹ ਦੱਸਿਆ ਜਾ ਰਿਹਾ ਕਿ ਇਹ ਖੁਦ ਇਸ ਵੇਲੇ ਇਸ ਮੌਕੇ ਤੇ ਸ਼ਰਾਬ ਦੀ ਬਲੈਕ ਕਰ ਰਹੇ। ਗੱਲ ਉੱਥੇ ਹੀ ਆ ਗਈ ਕਿ ਸ਼ਰਾਬ ਦੀ ਬਲੈਕ ਜਿਹੜੀ ਆ ਉਹ ਇਸ ਤਰ੍ਹਾਂ ਚੱਲ ਰਹੀ ਆ, ਵੱਡੇ ਲੋਕ ਹੱਥ ਧੋ ਰਹੇ ਆ ਇਸ ਗੰਗਾ ਦੇ ਵਿੱਚ, ਇਸ ਵਗਦੀ ਗੰਗਾ 'ਚ ਕਹਿ ਲਓ। ਤਾਂ ਹੁਣ ਇਸ ਮਾਮਲੇ 'ਚ ਇਹਨਾਂ ਨੇ ਜਿਹੜਾ ਖੁਲਾਸਾ ਕੀਤਾ, ਖੁਲਾਸਾ ਇਹੋ ਆ ਕਿ ਇਹਨਾਂ ਦੇ ਬੰਦੇ ਕਰਫਿਊ ਦੇ ਵਿੱਚ ਸ਼ਰਾਬ ਦੀ ਬਲੈਕ ਕਰਦੇ ਪਏ ਆ। ਪਰ ਜਦੋਂ ਇੱਕ ਪੀੜਤ ਪਰਿਵਾਰ ਕਹਿੰਦੇ ਕਿ ਚੱਲਦੀ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਆ ਗਿਆ ਤਾਂ ਭਾਈ ਸਾਨੂੰ ਰਾਸ਼ਨ ਪਾਣੀ ਦਿਓ, ਤੇ ਜਨਾਬ ਹੋਰੀ ਕਹਿੰਦੇ ਕਿ ਪੀਏ ਕੋਲ ਨਾਂ ਲਿਖਾ ਜਾਓ, ਕੋਈ ਗੱਲ ਨਹੀਂ ਮਿਲ ਜੂਗਾ। ਮਤਲਬ ਕਿ ਸਮੇਂ ਸਿਰ ਹੱਲ ਨਹੀਂ ਕੀਤਾ, ਬਾਅਦ 'ਚ ਕਰ ਦਿੱਤਾ ਹੋਵੇ ਤਾਂ ਕੋਈ ਵੱਖਰੀ ਗੱਲ ਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਦੱਸਦੀਆਂ ਪਈਆਂ ਕਿ ਇਸ ਵੇਲੇ ਪੋਲੀਟੀਸ਼ੀਅਨ ਜਿਹੜੇ ਆ ਉਹ ਕਿਸ ਤਰ੍ਹਾਂ ਚੱਲਦੇ ਪਏ, ਮਤਲਬ ਕਿ ਖੁਦ ਦਾ ਪਰਹੇਜ਼ ਵੀ ਰੱਖ ਰਹੇ ਆ ਤੇ ਸਿਆਸਤ ਦਾ ਹੇਜ ਵੀ ਰੱਖ ਰਹੇ ਆ, ਦੋਵੇਂ ਚੀਜ਼ਾਂ ਹੀ ਆ। ਪਰ ਗੱਲ ਜਿਹੜੀ ਆ ਉਹ ਇਹ ਆ ਕਿ ਜੇ ਮੰਨ ਲਓ ਇਹਨਾਂ ਦੇ ਦੋਸ਼ਾਂ ਦੇ ਵਿੱਚ, ਕਿਉਂਕਿ ਪੋਲੀਟੀਸ਼ੀਅਨ ਆਪਾਂ ਕਿਸੇ ਦੇ ਦੋਸ਼ਾਂ ਦੀ ਪੁਸ਼ਟੀ ਆਪ ਨਹੀਂ ਕਰ ਸਕਦੇ, ਜੇ ਇਹਨਾਂ ਦੇ ਦੋਸ਼ਾਂ ਦੇ ਵਿੱਚ ਸੱਚਾਈ ਆ ਤਾਂ ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ ਕਿ ਤੁਸੀਂ ਇੱਕ ਪਾਸੇ ਤੇ ਬੰਦ ਕੀਤੇ ਹੋਇਆ ਸਾਰਾ ਕੁਝ, ਤਾਂ ਦੂਸਰੇ ਪਾਸੇ ਤੁਸੀਂ ਕਮਾਈ ਕਰ ਰਹੇ ਹੋ। ਲੋਕ ਤਬਾਹੀ ਦਾ ਸਾਹਮਣਾ ਕਰ ਰਹੇ ਆ, ਤੁਸੀਂ ਕਮਾਈ ਕਰ ਰਹੇ ਹੋ। ਤਬਾਹੀ 'ਚੋਂ ਕਮਾਈ ਕਰਨ ਵਾਲੇ ਕੋਈ ਸਿਆਣਪ ਨਹੀਂ ਕਰਿਆ ਕਰਦੇ। ਤੁਹਾਡਾ ਕੰਮ ਇਹੋ ਹੀ ਆ ਕਿ ਜੋ ਰੂਲ ਕਾਇਦਾ ਬਣਾਇਆ ਤੁਹਾਡੀ ਸਰਕਾਰ ਨੇ, ਤੁਸੀਂ ਉਹਨੂੰ ਚੰਗੀ ਤਰ੍ਹਾਂ ਫੋਲੋ ਕਰੋ। ਇਹਨਾਂ ਦੇ ਮਨਪ੍ਰੀਤ ਸਿੰਘ ਬਾਦਲ ਨੇ ਵੀ ਕੋਈ ਸਿਆਣਪ ਨਹੀਂ ਕੀਤੀ, ਠੀਕ ਆ, ਉਹ ਗਏ ਆ, ਡਾਕਟਰਾਂ ਦਾ ਮਾਣ ਤਾਣ ਕੀਤਾ। ਮੈਨੂੰ ਬਹੁਤ ਵਧੀਆ ਗੱਲ ਲੱਗੀ ਕਿ ਉਹਨਾਂ ਨੇ ਬਾਅਦ 'ਚ ਵਾਅਦੇ ਦੇ ਮੁਤਾਬਕ ਉਹਨਾਂ ਨੂੰ PPE ਵੀ ਭੇਜ ਦਿੱਤੀਆਂ, ਜੋ ਕਿੱਟਾਂ ਉਹਨਾਂ ਨੇ ਮੰਗੀਆਂ, ਸਾਨੂੰ ਕੁਝ ਹੋਰ ਸਮਾਨ ਵੀ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ, ਬਹੁਤ ਵਧੀਆ। ਪਰ ਉਹ ਜਦੋਂ ਜਾਂਦੇ ਨੇ ਸ਼ਹਿਰ ਦੇ ਵਿੱਚ ਤਾਂ ਜਿਹੜੀ ਉਹ ਸਰੀਰਕ ਦੂਰੀ ਆ ਜਾਂ ਜਿਹੜਾ ਇੱਕ ਆਪਾਂ ਪਰਹੇਜ਼ ਰੱਖਣਾ ਹੁੰਦਾ ਕਿ ਥੋੜੇ ਬੰਦੇ ਇਕੱਠ ਕਰੀਏ, ਤਾਂ ਉਹਨਾਂ ਦੀ ਇੱਕ ਤਸਵੀਰ ਮੈਂ ਕੱਲ ਵੇਖਦਾ ਪਿਆ ਸੀ, ਇੱਕ ਨਿਊਜ਼ ਪੇਪਰ 'ਚ ਛਪੀ ਆ, ਜਿਹਦੇ ਵਿੱਚ 10-15 ਹੈਗੇ ਆ ਪੁਲਿਸ ਵਾਲੇ, 5-7 ਚਮਚੇ ਆ ਤੇ 2-4 ਸੈਲਫੀਆਂ ਖਿੱਚਣ ਵਾਲੇ ਇੱਧਰ ਉੱਧਰ ਆ ਗਏ ਹੋਣੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਬੰਦੇ ਨਾਲ ਕਿੰਨਾ ਵੱਡਾ ਇਕੱਠ ਜਾ ਰਿਹਾ ਹੈ। ਸੋ ਇਹ ਚੀਜ਼ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।